हेलो एवरीवन। ਅੱਜ ਦਾ ਆਪਣਾ ਨੈਕਸਟ ਟੌਪਿਕ ਹੈ ਰਿਲੇਟਿਵਿਸਟਿਕ ਐਡੀਸ਼ਨ ਆਫ ਵੈਲੋਸਿਟੀਜ਼। ਠੀਕ ਹੈ, ਮਤਲਬ ਕਿ ਜਦੋਂ ਵੈਲੋਸਿਟੀਜ਼ ਨੇ ਜਾਂ ਸਪੀਡ ਆਫ ਆਬਜੈਕਟ ਅਪਰੋਚਸ ਟੂ ਜਾਂ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਹੋਵੇ ਤਾਂ ਉਦੋਂ ਵੈਲੋਸਿਟੀਜ਼ ਕਿੱਦਾਂ ਐਡ ਹੁੰਦੀਆਂ ਨੇ, ਕਿੱਦਾਂ ਸਬਟਰੈਕਟ ਹੁੰਦੀਆਂ ਨੇ। ਠੀਕ ਹੈ, ਹੁਣ ਆਪਾਂ ਇੱਕ ਛੋਟੀ ਜੀ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਸਭ ਤੋਂ ਪਹਿਲਾਂ ਅਸੀਂ ਆਪਣਾ ਟੌਪਿਕ ਦਾ ਨਾਮ ਲਿਖਦੇ ਹਾਂ ਰਿਲੇਟਿਵਿਸਟਿਕ ਐਡੀਸ਼ਨ ਆਫ velocities। ਆਪਾਂ ਡੇਲੀ ਲਾਈਫ ਐਗਜ਼ਾਮਪਲ ਤੋਂ ਚੱਲਦੇ ਹਾਂ। ਠੀਕ ਹੈ, ਸਾਡੇ ਕੋਲ ਸਭ ਤੋਂ ਪਹਿਲਾਂ ਇੱਕ ਕੈਨਲ ਨਹਿਰ ਹੈ ਇੱਕ ਆਪਣੇ ਕੋਲ। ਠੀਕ ਹੈ, ਆਪਣੇ ਕੋਲ ਨਹਿਰ ਜਾ ਰਹੀ ਹੈ। ਠੀਕ ਹੈ, ਆ ਜੋ ਆਪਣਾ ਇਹਦੇ ਕਹਿੰਦੇ ਨੇ ਆਪਾਂ ਪੰਜਾਬੀ 'ਚ ਕਹਿ ਲਈਏ ਵੀ ਕੰਢੇ ਨੇ ਇਹਦੇ। ਠੀਕ ਹੈ, ਕਿਨਾਰੇ ਨੇ ਆਹ ਵਾਲੇ, ਇੱਧਰ ਵੀ ਕਿਨਾਰੇ ਨੇ, ਇਹਦੇ ਵਿੱਚ ਦੀ ਪਾਣੀ ਵਹਿ ਰਿਹਾ। ਠੀਕ ਹੈ ਵੀ, ਆਪਣੇ ਕੋਲ ਇੱਕ ਨਹਿਰ ਆ ਅਤੇ ਉਹਦੇ ਵਿੱਚ ਪਾਣੀ ਵਹਿ ਰਿਹਾ। ਠੀਕ ਹੈ, ਜਿਹਦੀ ਸਪੀਡ ਕਿੰਨੀ ਆ ਜਾਂ ਵੈਲੋਸਿਟੀ ਕਿੰਨੀ ਆ ਉਹਦੀ, ਮੰਨ ਲਓ ਉਹ ਆਪਣੇ ਕੋਲ 50 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਜਾ ਰਿਹਾ। 50 ਕਿਲੋਮੀਟਰ ਪਰ ਆਵਰ। ਠੀਕ ਹੈ, 50 ਕਿਲੋਮੀਟਰ ਪਰ ਆਵਰ ਦੀ ਸਪੀਡ ਹੈ ਜਿਹੜੀ ਆਪਣੇ ਵਾਟਰ ਦੀ ਆ। ਹੁਣ ਤੁਹਾਡੇ ਸਾਹਮਣੇ ਇੱਕ ਮੈਂ ਸਾਰਾ ਸੀਨ ਕ੍ਰੀਏਟ ਕਰਨਾ। ਠੀਕ ਹੈ, ਆਮ ਜੋ ਡੇਲੀ ਲਾਈਫ ਵਾਲਾ ਤੁਸੀਂ ਸਮਝਣ ਦੀ ਕੋਸ਼ਿਸ਼ ਕਰਿਓ। ਅਤੇ ਇੱਕ ਆਪਣੇ ਕੋਲ ਸਵਿਮਰ ਹੈ, ਇੱਥੇ ਆਪਣੇ ਕੋਲ ਕੋਈ ਵਿਅਕਤੀ ਹੈ। ਠੀਕ ਹੈ, ਪਰਸਨ ਹੈ ਜੋ ਇਹਦੇ ਵਿੱਚ ਤੈਰਦਾ ਜਾ ਰਿਹਾ। ਠੀਕ ਹੈ, ਸਵਿਮਰ ਹੈ ਇਹ ਵੀ ਰਾਈਟ ਬੰਨੀ ਨੂੰ ਜਾ ਰਿਹਾ। ਇਹਦੀ ਵੈਲੋਸਿਟੀ ਹੈ ਜੋ ਆਪਣੇ ਪਾਣੀ ਦੇ ਕੰਪੇਅਰੇਬਲ ਆ, ਮਤਲਬ ਪਾਣੀ ਨਾਲ ਚੈੱਕ ਕਰੀਏ, ਪਾਣੀ ਦੀ ਕਿਨਾਰਿਆਂ ਦੇ ਨਾਲ ਚੈੱਕ ਕਰਦੇ ਹਾਂ ਤਾਂ ਉਹਦੀ 50 ਕਿਲੋਮੀਟਰ। ਬਟ ਜਦੋਂ ਆਪਾਂ ਇਹਦੀ ਵੈਲੋਸਿਟੀ ਚੈੱਕ ਕਰਦੇ ਹਾਂ ਡਾਈਵਰ ਦੀ ਜਾਂ ਸਵਿਮਰ ਦੀ ਵਿਦ ਰਿਸਪੈਕਟ ਟੂ ਆਪਣੇ ਵਾਟਰ ਦੇ, ਤਾਂ ਉਹ ਹੈਗੀ ਆਪਣੀ 10 ਕਿਲੋਮੀਟਰ ਮੰਨ ਲਓ। ਠੀਕ ਹੈ, 10 ਦੀ ਸਪੀਡ 'ਤੇ ਪਾਣੀ ਦੇ ਰਿਸਪੈਕਟਿਵ ਆਪਣਾ ਡਾਈਵਰ ਹੈ ਜੋ ਸਵਿਮਰ ਹੈ ਉਹ ਰਾਈਟ ਬੰਨੀ ਨੂੰ ਜਾ ਰਿਹਾ, ਅਤੇ ਜੋ ਵਾਟਰ ਆਪਣਾ ਉਹ ਆਪਣੇ ਕਿਨਾਰਿਆਂ ਦੇ ਰਿਸਪੈਕਟਿਵ 50 ਕਿਲੋਮੀਟਰ ਦੀ ਸਪੀਡ ਨਾਲ ਰਾਈਟ ਬੰਨੀ ਨੂੰ ਜਾ ਰਿਹਾ। ਹੁਣ ਤੁਹਾਡੇ ਕੋਲੋਂ ਪੁੱਛਿਆ ਜਾਵੇ, ਤੁਹਾਨੂੰ ਇੱਕ ਕੁਐਸਚਨ ਪੁੱਛਾਂ ਮੈਂ ਵੀ ਜੋ ਆਪਣਾ ਸਵਿਮਰ ਆ ਉਹਦੀ ਸਪੀਡ ਵਿਦ ਰਿਸਪੈਕਟ ਟੂ ਐਜਸ ਲਗਾ ਲਓ ਜਾਂ ਠੀਕ ਹੈ ਕਿਨਾਰੇ ਲਗਾ ਲਓ ਆਪਣੇ, ਇਹਨਾਂ ਦੇ ਰਿਸਪੈਕਟਿਵ ਕਿੰਨੀ ਸਪੀਡ ਹੋਏਗੀ, ਹੈ ਨਾ। ਆਪਾਂ ਕਲਾਸੀਕਲੀ ਗੱਲ ਕਰਦੇ ਹਾਂ, ਆਪਾਂ ਡੇਲੀ ਲਾਈਫ ਵਾਲੀ ਗੱਲ ਕਰਦੇ ਹਾਂ, ਤਾਂ ਤੁਸਾਂ ਨੇ ਕੀ ਕਰਨਾ, ਤੁਸੀਂ ਡਾਇਰੈਕਟ ਆਨਸਰ ਦੇ ਦਿਓਗੇ ਜੀ 50 ਕਿਲੋਮੀਟਰ ਤਾਂ ਆਪਣਾ 50 ਕਿਲੋਮੀਟਰ ਦੀ ਸਪੀਡ ਨਾਲ ਤਾਂ ਪਾਣੀ ਵਹਿ ਰਿਹਾ। ਠੀਕ ਹੈ, ਉਸ ਤੋਂ 10 ਕਿਲੋਮੀਟਰ ਪਲੱਸ ਦੀ ਸਪੀਡ ਨਾਲ ਆਪਣਾ ਸਵਿਮਰ ਹੈ ਜੋ ਰਾਈਟ ਬੰਨੇ ਨੂੰ ਜਾ ਰਿਹਾ। ਠੀਕ ਹੈ, ਹੁਣ ਜੋ ਸਵਿਮਰ ਦੀ ਸਪੀਡ ਆਏਗੀ ਉਹ 50 ਕਿਲੋਮੀਟਰ ਪਲੱਸ 10 ਕਿਲੋਮੀਟਰ, ਇਹ 60 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਜੋ ਸਵਿਮਰ ਆ ਉਹ ਰਾਈਟ ਬੰਨੀ ਨੂੰ ਜਾ ਰਿਹਾ। ਠੀਕ ਹੈ, ਵਿਦ ਰਿਸਪੈਕਟ ਟੂ ਐਜਸ ਆਫ ਕੈਨਲ, ਕਿਨਾਰਿਆਂ ਨਾਲ, ਕਿਨਾਰਿਆਂ ਦੇ ਰਿਸਪੈਕਟਿਵ। ਠੀਕ ਹੈ, ਠੀਕ ਹੈ, ਇਹ ਹੋ ਗਈ ਆਪਣੀ ਐਡੀਸ਼ਨ ਆਫ ਵੈਲੋਸਿਟੀਜ਼ ਆਪਣੀ ਡੇਲੀ ਲਾਈਫ ਦੇ ਵਿੱਚ। ਜੇ ਮੈਂ ਤੁਹਾਨੂੰ ਆਖਾਂ ਵੀ ਇਹੋ ਵੈਲੋਸਿਟੀ ਹੈ ਜੋ ਪਾਣੀ ਦੀ ਵੈਲੋਸਿਟੀ ਹੈ ਉਹ c/2 ਆ, ਆਪਾਂ v ਲੈਣੇ ਆ, w = c/2। ਉਸ ਤੋਂ ਬਾਅਦ ਆਪਣੇ ਇਹਦੀ ਵੈਲੋਸਿਟੀ ਹੈ ਜੋ ਸਵਿਮਰ ਦੀ ਵੈਲੋਸਿਟੀ ਹੈ, ਸਵਿਮਰ ਲਾਉਂਦੇ ਆ, ਸਵਿਮਰ c/2 ਆ। ਠੀਕ ਹੈ, ਫਿਰ ਤੁਸੀਂ ਕਹੋਗੇ ਮੈਂ ਤੁਹਾਨੂੰ ਆਖਾਂ ਵੀ ਹੈ ਨਾ ਜੋ ਸਵਿਮਰ ਆ ਉਹਦੀ ਵੈਲੋਸਿਟੀ ਪਤਾ ਕਰੋ ਵਿਦ ਰਿਸਪੈਕਟ ਟੂ ਦੀ ਐਜਸ ਆਫ ਦੀ ਕੈਨਲ। ਠੀਕ ਹੈ, ਕਿਨਾਰਿਆਂ ਨਾਲ ਚੈੱਕ ਕਰੋ। ਫਿਰ ਤੁਸੀਂ ਕੀ ਕਰਨਾ, ਫਿਰ ਤੁਸੀਂ ਇੱਦਾਂ ਹੀ ਕਰੋਗੇ v = ਹੈ ਨਾ c/2 + c/2, ਇਹ ਕਿੰਨਾ ਆ ਗਿਆ, ਟੋਟਲ c ਆ ਗਿਆ। ਠੀਕ ਹੈ, ਇਹ ਸਟੂਡੈਂਟਸ ਗਲਤ ਹੋ ਜਾਊਗਾ। ਕਿਉਂ ਗਲਤ ਹੋ ਜਾਊਗਾ? ਕਿਉਂਕਿ ਇਹ ਕੰਡੀਸ਼ਨਸ ਚੇਂਜ ਹੋ ਚੁੱਕੀਆਂ ਨੇ। ਅਸੀਂ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੇ ਵਿੱਚ ਜਾ ਚੁੱਕੇ ਹਾਂ। ਦੇਖੋ, ਅਗਰ ਸਪੀਡ ਹੈ ਜੋ ਵਾਟਰ ਦੀ ਵੀ ਅਤੇ ਆਪਣੇ ਸਵਿਮਰ ਦੀ ਵੀ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਹੋ ਗਈ ਆ, ਤਾਂ ਇੱਥੇ ਕੰਡੀਸ਼ਨਸ ਲੱਗਣਗੀਆਂ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੀਆਂ। ਜਿਵੇਂ ਅਸੀਂ ਫਸਟ ਟਾਈਮ ਦੇ ਵਿੱਚ ਫਸਟ ਕੰਡੀਸ਼ਨ 'ਚ ਕੀ ਕਰਿਆ ਸੀ, 50 + 10 ਕਰ ਦਿੱਤਾ ਅਤੇ 60 ਕਰ ਦਿੱਤਾ ਤੀ। ਸੈਕਿੰਡ ਕੰਡੀਸ਼ਨ ਦੇ ਵਿੱਚ ਇੱਦਾਂ ਨਹੀਂ ਹੋਵੇਗਾ। ਸੈਕਿੰਡ ਕੰਡੀਸ਼ਨ ਦੇ ਵਿੱਚ ਕੀ ਹੋਏਗਾ, ਅਸੀਂ ਵੈਲੋਸਿਟੀਜ਼ ਤਾਂ ਸਿੱਧੀਆਂ ਐਡ ਕਰ ਦਿਆਂਗੇ, ਤਾਂ ਇਹਦੇ ਵਿੱਚ ਇੱਕ ਟਰਮ ਹੋਰ ਇਨਕਲੂਡ ਹੋ ਜਾਣੀ ਆ, ਉਹ ਆ ਜਾਏਗੀ 1 + c/2 ਡਿਵਾਈਡਡ ਬਾਏ c ਦਾ ਸਕੇਅਰ। ਠੀਕ ਹੈ, ਦੋਨਾਂ ਵੈਲੋਸਿਟੀਜ਼ ਦਾ ਸਮ ਆ ਜਾਏਗਾ डिवाइडेड बाय 1 प्लस दोनों वेलोसिटी की प्रोडक्ट डिवाइडेड बाय c ਦਾ ਸਕੇਅਰ। ਇਹ ਟਰਮ
ਇਨਕਲੂਡ ਕਰਨੀ ਪੈਣੀਆਂ ਸਾਨੂੰ ਹੈ ਨਾ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੇ ਅੰਡਰ, ਠੀਕ ਹੈ। ਕਿਉਂਕਿ ਜਦੋਂ ਸਪੀਡਸ ਨੇ ਜੋ ਸਾਡੀਆਂ ਵੈਲੋਸਿਟੀਜ਼ ਨੇ ਉਹ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਹੋ ਜਾਂਦੀਆਂ ਨੇ ਤਾਂ ਅਸੀਂ ਡਾਇਰੈਕਟ ਐਡੀਸ਼ਨ ਜਿਵੇਂ ਕਲਾਸੀਕਲੀ ਅਸੀਂ ਆਮ ਡੇਲੀ ਲਾਈਫ ਦੇ ਵਿੱਚ ਕਰਦੇ ਹਾਂ ਉੱਦਾਂ ਅਸੀਂ ਡਾਇਰੈਕਟ ਐਡੀਸ਼ਨ ਨਹੀਂ ਕਰ ਸਕਦੇ। ਉਹਦੇ ਨਾਲ ਇੱਕ ਟਰਮ ਇਨਕਲੂਡ ਕਰਨੀ ਪੈਂਦੀ ਆ ਜੋ ਸਾਡੇ ਰੈਸੀਪ੍ਰੋਕਲ ਦੇ ਵਿੱਚ ਆਉਂਦੀ ਆ, ਡਿਵਾਈਡ ਕਰਦੀ ਹੈ 1 + c/2 ਡਿਵਾਈਡਡ ਬਾਏ c ਦਾ ਸਕੁਅਰ, ਠੀਕ ਹੈ। ਇੱਦਾਂ ਹੋ ਜਾਊਗਾ। ਹੁਣ ਮੰਨ ਲਓ ਤੁਹਾਨੂੰ ਇੱਕ ਹੋਰ ਆਪਾਂ ਸੀਨ ਕ੍ਰੀਏਟ ਕਰਦੇ ਹਾਂ ਹੈ ਨਾ। ਅਗਰ ਮੈਂ ਤੁਹਾਨੂੰ ਕਹਾਂ ਪਾਣੀ ਦੇ ਰਿਸਪੈਕਟਿਵ ਤਾਂ ਆਪਣੀ 10 ਕਿਲੋਮੀਟਰ ਆ, ਠੀਕ ਹੈ। ਪਾਣੀ ਦੇ ਰਿਸਪੈਕਟਿਵ ਸਵਿਮਰ ਦੀ ਸਪੀਡ 10 ਕਿਲੋਮੀਟਰ ਪਰ ਆਵਰ ਦੀ ਆ ਅਤੇ ਅਗਰ ਇਹੋ ਸਵਿਮਰ ਦੀ ਸਪੀਡ ਵਿਦ ਰਿਸਪੈਕਟ ਟੂ ਦੀ ਐਜਸ ਆਫ ਕੈਨਲ ਤਾਂ ਉਹ ਕਿੰਨੀ ਹੈ 60 ਕਿਲੋਮੀਟਰ। ਇਹ 60 ਕਿਲੋਮੀਟਰ ਆ। ਤੁਹਾਨੂੰ ਇਹਦੇ ਵਿੱਚ ਐਡੀਸ਼ਨ ਆਫ ਵੈਲੋਸਿਟੀ ਵਾਲੇ ਕੰਸੈਪਟ ਦੇ ਵਿੱਚ ਇਹ ਚੀਜ਼ ਜ਼ਰੂਰ ਧਿਆਨ ਰੱਖਣੀ ਪਊਗੀ ਵੀ ਕਿਹੜੀ ਚੀਜ਼ ਦੀ ਵੈਲੋਸਿਟੀ ਕਿਹਦੇ ਰਿਸਪੈਕਟਿਵ ਹੈ ਨਾ ਕਹੀ ਗਈ ਆ। ਇਹ ਚੀਜ਼ ਬੜੀ ਧਿਆਨ ਰੱਖਣੀ ਪਊਗਾ। ਹੁਣ ਦੇਖੋ ਮੈਂ ਤੁਹਾਨੂੰ ਕਹਿ ਦਿੱਤਾ ਵੀ ਸਵਿਮਰ ਦੀ ਉਹ ਸਪੀਡ ਪਾਣੀ ਦੇ ਰਿਸਪੈਕਟਿਵ ਤਾਂ 10 ਕਿਲੋਮੀਟਰ ਆਵਰ ਦੀ ਸਪੀਡ ਨਾਲ ਅੱਗੇ ਵਧ ਰਿਹਾ, ਬਟ ਜਦੋਂ ਅਸੀਂ ਕਿਨਾਰਿਆਂ ਦੇ ਰਿਸਪੈਕਟਿਵ ਲੈਂਦੇ ਹਾਂ ਸਪੀਡ ਤਾਂ 60 ਕਿਲੋਮੀਟਰ ਦੀ ਹੈ। ਅਸੀਂ ਤੁਹਾਨੂੰ ਪੁੱਛਿਆ ਗਿਆ ਵੀ ਤੁਸੀਂ ਵਾਟਰ ਦੀ ਸਪੀਡ ਕੱਢੋ ਵਿਦ ਰਿਸਪੈਕਟ ਟੂ ਦੀ ਐਜਸ ਆਫ ਕੈਨਲ, ਠੀਕ ਹੈ। ਕਿਨਾਰਿਆਂ ਦੇ ਨਾਲ ਪਾਣੀ ਦੀ ਸਪੀਡ ਕਿੰਨੀ ਹੋਏਗੀ। ਅਗਰ ਤਾਂ ਹੁਣ ਆਪਾਂ ਸਪੀਡ ਆਫ ਲਾਈਟ ਦੇ ਕੰਪੇਅਰੇਬਲ ਤਾਂ ਸਪੀਡ ਹੈ ਨਹੀਂ, ਇਸ ਕਰਕੇ ਅਸੀਂ ਕੀ ਕਰਾਂਗੇ ਅਸੀਂ 60 ਦੇ ਵਿੱਚੋਂ 10 ਘਟਾ ਦਾਂਗੇ, ਸਾਡੇ ਕੋਲ ਕੀ ਆ ਜੂਗੀ ਪਾਣੀ ਦੀ ਸਪੀਡ ਆ ਜਾਣੀ ਹੈ, ਇਹ 50 ਕਿਲੋਮੀਟਰ ਆ ਜਾਏਗੀ, ਠੀਕ ਹੈ ਬਈ। ਹੁਣ ਦੇਖੋ ਨੈਕਸਟ ਕੰਡੀਸ਼ਨ ਕੀ ਆ, ਇਹੋ ਸਪੀਡਸ ਨੇ ਜੋ ਆਪਣੀਆਂ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਹੋ ਜਾਣ, ਠੀਕ ਹੈ। ਅਸੀਂ ਕਹਿ ਦਿੱਤਾ ਲਓ ਜੀ ਅਸੀਂ ਇਹਨੂੰ ਹੋਰ ਸੀਨ ਕ੍ਰੀਏਟ ਕਰਦੇ ਹਾਂ। ਇੱਥੇ ਆਪਣੇ ਸਵਿਮਰ ਦੀ ਸਪੀਡ ਹੈਗੀ ਆ, ਸਵਿਮਰ ਦੀ ਸਪੀਡ ਵੈਲੋਸਿਟੀ ਆਫ ਸਵਿਮਰ, ਠੀਕ ਹੈ, ਇਹ c/2 ਆ ਗਿਆ ਅਤੇ ਵਿਦ ਰਿਸਪੈਕਟ ਟੂ ਵਾਟਰ ਇਹ c/4 ਲਓ, ਇੱਥੇ c/4 ਵਿਦ ਰਿਸਪੈਕਟ ਟੂ ਵਾਟਰ ਦੇ, ਠੀਕ ਹੈ। ਜਦੋਂ ਅਸੀਂ ਵਿਦ ਰਿਸਪੈਕਟ ਟੂ ਦੀ ਐਜ ਲੈਂਦੇ ਹਾਂ ਫਿਰ ਸਾਡੀ ਸਵਿਮਰ ਦੀ ਸਪੀਡ ਹੈਗੀ ਆ ਵੀ ਸਵਿਮਰ ਦੀ ਸਪੀਡ ਇੱਥੇ ਆਪਾਂ ਲਿਖਾਂਗੇ ਵਾਟਰ SW ਸਵਿਮਰ ਦੀ ਸਪੀਡ ਵਿਦ ਰਿਸਪੈਕਟ ਟੂ ਵਾਟਰ। ਇਹ ਚੀਜ਼ ਨੋਟੇਸ਼ਨ ਤੁਸੀਂ ਨੋਟ ਕਰਨੀ ਹੈ, ਜੋ ਪਹਿਲਾਂ ਲਿਖਿਆ ਉਹਦੀ ਸਪੀਡ ਕਿਹਦੇ ਰਿਸਪੈਕਟਿਵ ਆ W ਦੇ ਮਤਲਬ ਵਾਟਰ ਦੇ। ਹੁਣ ਸਵਿਮਰ ਦੀ ਸਪੀਡ ਆ ਕਾਹਦੇ ਰਿਸਪੈਕਟਿਵ ਆ ਐਜ ਦੇ ਹੈ ਨਾ, ਜੋ ਆਪਣਾ ਕਿਨਾਰਾ ਉਹਦੇ ਰਿਸਪੈਕਟਿਵ ਆ, ਉਹ ਕਿੰਨੀ ਆ ਸਾਡੀ c/2, ਠੀਕ ਹੈ। ਹੁਣ ਤੁਹਾਨੂੰ ਕਹਿ ਦਿੱਤਾ ਗਿਆ ਵੀ ਤੁਸੀਂ ਵਾਟਰ ਦੀ ਸਪੀਡ ਵਿਦ ਰਿਸਪੈਕਟ ਟੂ ਐਜ ਕੱਢੋ, VW ਵਿਦ ਰਿਸਪੈਕਟ ਟੂ ਐਜ ਇਹ ਫਾਈਂਡ ਕਰੋ, ਠੀਕ ਹੈ। ਫਿਰ ਅਸੀਂ ਕੀ ਕਰਾਂਗੇ ਸਟੂਡੈਂਟਸ, ਫਿਰ ਅਸੀਂ VWE = ਥੋੜ੍ਹੀ ਜਿਹੀ ਅੰਡਰਸਟੈਂਡਿੰਗ ਨਾਲ ਪਤਾ ਲੱਗਦਾ ਅਗਰ ਅਸੀਂ ਸਵਿਮਰ ਦੀ ਸਪੀਡ, ਠੀਕ ਹੈ, ਵਿਦ ਰਿਸਪੈਕਟ ਟੂ ਐਜ ਦੇ ਵਿੱਚੋਂ ਸਵਿਮਰ ਦੀ ਸਪੀਡ ਵਿਦ ਰਿਸਪੈਕਟ ਟੂ ਵਾਟਰ ਮਾਈਨਸ ਕਰ ਦਿੰਦੇ ਹਾਂ ਤਾਂ ਸਾਡੇ ਕੋਲ ਕੀ ਆਏਗੀ ਵਾਟਰ ਦੀ ਸਪੀਡ ਵਿਦ ਰਿਸਪੈਕਟ ਟੂ ਐਜ ਆਏਗੀ, ਠੀਕ ਹੈ। ਹੁਣ ਦੇਖੋ ਇੱਥੇ ਸਵਿਮਰ ਦੀ ਸਪੀਡ ਵਿਦ ਰਿਸਪੈਕਟ ਟੂ ਐਜ SE ਮਾਈਨਸ ਸਵਿਮਰ ਦੀ ਸਪੀਡ SW ਡਿਵਾਈਡਡ ਬਾਈ ਡਿਵਾਈਡ ਦੇ ਵਿੱਚ ਉਹ ਵਾਲੀ ਜੋ ਟਰਮ ਤੁਹਾਨੂੰ ਦੱਸੀ ਸੀ ਉਹ ਆਉਣੀ ਹੀ ਆਉਣੀ ਹੈ। ਇਹ ਸਾਰਾ ਕੰਸੈਪਟ ਆਪਾਂ ਅੱਗੇ ਜਾ ਕੇ ਪੜ੍ਹਾਂਗੇ, ਤੁਹਾਨੂੰ ਸਮਝਾਵਾਂਗਾ ਵੀ ਕਿੱਦਾਂ ਆਈ ਹੈ, ਠੀਕ ਹੈ। ਇਹ ਚੀਜ਼ ਫਿਲਹਾਲ ਇੰਨਾ ਸਮਝੋ ਤੁਸੀਂ ਕਿ 1 - VSE VSW ਡਿਵਾਈਡਡ ਬਾਈ C ਦਾ ਸਕੁਅਰ, ਇਹ ਆਪਣਾ ਇੱਦਾਂ ਦਾ ਫਾਰਮੂਲਾ ਬਣਦਾ, ਠੀਕ ਹੈ। ਜਿਵੇਂ ਅਸੀਂ ਡੇਲੀ ਲਾਈਫ ਦੇ ਵਿੱਚ ਡਾਇਰੈਕਟ ਅਸੀਂ ਵੈਲੋਸਿਟੀ ਨੂੰ ਮਾਈਨਸ ਕਰਦੇ ਤੇ ਸਾਡੇ ਕੋਲ ਰਿਜ਼ਲਟ ਆ ਜਾਂਦਾ ਸੀ, ਬਟ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੇ ਵਿੱਚ ਇੱਦਾਂ ਨਹੀਂ ਹੋਏਗਾ, ਸਾਨੂੰ ਆਹ ਵਾਲੀ ਟਰਮ ਇਨਕਲੂਡ ਕਰਨੀ ਹੀ ਪੈਣੀ ਆ, ਠੀਕ ਹੈ। ਅਤੇ ਸਾਡੇ ਕੋਲ ਡਾਇਰੈਕਟ ਐਡੀਸ਼ਨ ਆ ਜੋ ਆਪਣੀ ਵੈਲੋਸਿਟੀਜ਼ ਦੀ ਉਹ ਨਹੀਂ ਹੋਣੀ ਹੈਗੀ, ਠੀਕ ਹੈ। ਹੁਣ ਅਸੀਂ ਵੇਖਦੇ ਹਾਂ ਇਹਦੇ ਐਕਸਪ੍ਰੈਸ਼ਨ ਬੰਨੀ ਜਾਂਦੇ ਆ। ਇਹ ਸੀ ਆਪਣਾ ਮੇਨ ਕੰਸੈਪਟ। ਜਦੋਂ ਵੀ ਸਾਨੂੰ ਵੈਲੋਸਿਟੀਜ਼ ਐਡ ਕਰਨੀਆਂ ਨੇ, ਜਦੋਂ ਵੈਲੋਸਿਟੀਜ਼ ਮੰਨ ਲਓ ਐਡ ਕਰਨੀਆਂ ਨੇ, ਠੀਕ ਹੈ, AB ਕੋਈ ਮੰਨ ਲਓ, ਠੀਕ ਹੈ, ਵੈਲੋਸਿਟੀਜ਼ AC ਪਲੱਸ ਵੈਲੋਸਿਟੀ, ਤੁਹਾਨੂੰ ਇੱਕ ਫਾਰਮੂਲਾ ਦੱਸ ਦੇਣਾ ਇਹ ਜਨਰਲ, ਠੀਕ ਹੈ। ABC ਸਾਡੇ ਕੋਲ 3 ਆਬਜੈਕਟ ਨੇ, ਠੀਕ ਹੈ। ਅਸੀਂ ਕੀ ਫਾਈਂਡ ਕਰਨਾ ਵੈਲੋਸਿਟੀ ਆਫ AB ਫਾਈਂਡ ਕਰਨਾ, ਠੀਕ ਹੈ। ਵੈਲੋਸਿਟੀ ਆਫ A ਤੀਜਾ ਕਿਹੜਾ ਵੈਲੋਸਿਟੀ ਆਫ ਇਹ ਫਾਰਮੂਲਾ ਤੁਸੀਂ ਨੇ ਧਿਆਨ ਰੱਖਣਾ, ਇਹ ਐਂ ਲਗਾ ਲਓ ਅਸੀਂ ਰੱਟਾ ਲਾਊ ਸੌਦਾ, ਠੀਕ ਹੈ। ਜੋ ਕਨਸੈਪਚੁਅਲ ਨੌਲੇਜ ਵੀ ਪੜ੍ਹਾਵਾਂਗੇ ਤੁਹਾਨੂੰ ਅਸੀਂ ਮਤਲਬ ਕਿ ਟ੍ਰਿਕ ਵਜੋਂ ਵੀ ਪੜ੍ਹਾਵਾਂਗੇ, ਠੀਕ ਹੈ, ਵੀ ਕਿੱਦਾਂ ਅਸੀਂ
अपने पेपर ਦੇ ਵਿੱਚ ਬੈਠ ਕੇ ਹੱਲ ਕਰਨੇ ਆ। ਤੁਹਾਨੂੰ ਨਹੀਂ ਪਤਾ ਲੱਗ ਰਿਹਾ, ਤੁਹਾਨੂੰ ਕਨਸੈਪਟ ਨਹੀਂ ਸਮਝ ਆ ਰਹੀ ਗੱਲ ਵੀ ਕਿੱਦਾਂ ਕਿੱਦਾਂ ਕਿਹੜੀ ਵੈਲੋਸਿਟੀ ਕਿਹੜੀ ਚੋਂ ਮਾਈਨਸ ਹੋਏਗੀ, ਠੀਕ ਹੈ। ਅਗਰ ਤੁਹਾਨੂੰ ਕੁਝ ਵੀ ਨਹੀਂ ਪਤਾ ਲੱਗ ਰਿਹਾ ਫਿਰ ਤੁਸੀਂ ਆਹ ਫਾਰਮੂਲੇ ਦੇ ਨਾਲ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਜੇ ਅੰਡਰਸਟੈਂਡਿੰਗ ਹੈਗੀ ਹੈ ਤੁਹਾਡੀ ਨੂਮੈਰੀਕਲ ਨੂੰ, ਤੁਸੀਂ ਅੰਡਰਸਟੈਂਡ ਕਰਦੇ ਹੋ, ਤੁਸੀਂ ਸਮਝ ਆ ਗਈ ਕਹਾਣੀ, ਤਾਂ ਤੁਸੀਂ ਆਪਣੇ ਡਾਇਰੈਕਟ ਤੁਹਾਨੂੰ ਪਤਾ ਲੱਗ ਜਾਣਾ ਮਾਈਨਸ ਕਰਨੀ ਹੈ ਪਲੱਸ ਕਰਨੀ ਹੈ, ਠੀਕ ਹੈ। ਹੁਣ ਦੇਖੋ VAB, VA ਲਿਖਿਆ, ਤੀਜਾ ਕਿਹੜਾ ਨਹੀਂ ਹੈਗਾ, C ਨਹੀਂ ਹੈਗਾ ਉਰੇ, ਠੀਕ ਹੈ। ਤੇ ਮਾਈਨਸ ਕਰ ਲਓ, ਇਹ ਪਲੱਸ ਕਰੋ, ਪਲੱਸ V ਇੱਥੋਂ C ਲਿਖੋ, ਤੀਜਾ ਕਿਹੜਾ ਨਹੀਂ ਹੈਗਾ B, ਠੀਕ ਹੈ। ਉਦੋਂ ਹੀ 1 ਪਲੱਸ VAC VCB ਡਿਵਾਈਡਡ ਬਾਈ C ਦਾ ਸਕੁਅਰ। ਇਹ ਫਾਰਮੂਲਾ ਤੁਸੀਂ ਨੇ ਯਾਦ ਰੱਖਣਾ, ਠੀਕ ਹੈ। ਇਹੋ ਫਾਰਮੂਲੇ ਤੋਂ ਸਾਰੇ ਦੇ ਸਾਰੇ ਕੁਐਸਚਨ ਹੋਣਗੇ ਜੋ ਆਪਣੇ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਆਏ ਹੋਏ ਨੇ, ਠੀਕ ਹੈ। ਅਸੀਂ ਦੋਨੋਂ ਤਰੀਕਿਆਂ ਨਾਲ ਅਸੀਂ ਤੁਹਾਨੂੰ ਕੁਐਸਚਨ ਸੋਲਵ ਕਰਕੇ ਦਿਖਾਵਾਂਗੇ, ਆਹ ਵਾਲੇ ਫਾਰਮੂਲੇ ਦੇ ਨਾਲ ਵੀ ਤੇ ਆਪਣੀ ਅੰਡਰਸਟੈਂਡਿੰਗ ਦੇ ਨਾਲ ਵੀ। ਆਹ ਲਗਾ ਲਓ ਵੀ ਰੱਟਾ ਲਾਓ ਸੌਦਾ, ਇਹਦੇ ਨਾਲ ਵੀ ਅਸੀਂ ਕਰਾਂਗੇ, ਇਹਦੇ ਨਾਲ ਵੀ ਕਰਾਂਗੇ, ਠੀਕ ਹੈ ਵੀ। ਹੁਣ ਅਸੀਂ ਵੱਧਦੇ ਆਪਣੇ ਐਕਸਪ੍ਰੈਸ਼ਨ ਦੇ ਬੰਨੀ ਵੀ ਅਸਲ ਦੇ ਵਿੱਚ ਗੱਲਬਾਤ ਹੈ ਕੀ ਚੀਜ਼ ਇਹ। ਲਓ ਆਪਾਂ ਹੁਣ ਇੱਕ ਸੀਨ ਕ੍ਰੀਏਟ ਕਰਦੇ ਹਾਂ। ਆਪਣੇ ਕੋਲ ਇੱਕ ਆਹ ਫਰੇਮ ਆਫ ਰੈਫਰੈਂਸ ਆ ਜਿਹਨੂੰ ਅਸੀਂ O ਨਾਲ ਲਿਖਿਆ। ਇਹ ਹੈ ਸਾਡੀ X ਐਕਸਿਸ, Y ਐਕਸਿਸ, Z ਐਕਸਿਸ, ਠੀਕ ਹੈ। ਉਸ ਤੋਂ ਬਾਅਦ ਇੱਕ ਹੋਰ ਫਰੇਮ ਆਫ ਰੈਫਰੈਂਸ ਸਾਡੇ ਕੋਲ, ਅਸੀਂ ਬਲੈਕ ਨਾਲ ਉਹਨੂੰ ਬਣਾਉਣੇ ਆ। Z ਡੈਸ਼, O ਡੈਸ਼ ਤੇ X ਡੈਸ਼ ਤੇ Y ਡੈਸ਼, ਠੀਕ ਹੈ। ਜੋ ਆਹ ਵਾਲੀ ਸੈਕਿੰਡ ਫਰੇਮ ਆਫ ਰੈਫਰੈਂਸ ਆ ਸਟੂਡੈਂਟਸ, ਇਹ ਆਪਣੀ V ਵੈਲੋਸਿਟੀ ਨਾਲ ਰਾਈਟ ਬੰਨੀ ਨੂੰ ਮੂਵ ਕਰ ਰਹੀ ਆ ਅਲੋਂਗ X ਐਕਸਿਸ, ਠੀਕ ਹੈ। V ਵੈਲੋਸਿਟੀ ਨਾਲ ਮੂਵ ਕਰ ਰਹੀ ਆ। ਉਸ ਤੋਂ ਬਾਅਦ ਦੇਖੋ ਸਟੂਡੈਂਟਸ, ਆਪਣਾ ਕੋਈ ਇੱਥੇ ਇੱਕ ਪਾਰਟੀਕਲ ਆ, ਆਹ ਵਾਲਾ ਨੂੰ P ਨਾਲ ਡਿਨੋਟ ਕਰ ਦਿੱਤਾ, ਠੀਕ ਹੈ। ਜਦੋਂ ਅਸੀਂ P ਨਾਲ ਡਿਨੋਟ ਕੀਤਾ, ਅਸੀਂ ਉਹ ਜੋ S ਫਰੇਮ ਆ ਇਹਨੂੰ S ਫਰੇਮ ਰੱਖਾਂਗੇ, ਇਹਨੂੰ S ਡੈਸ਼ ਫਰੇਮ ਰੱਖਾਂਗੇ। S ਡੈਸ਼ ਫਰੇਮ ਆਫ ਰੈਫਰੈਂਸ ਦੇ ਵਿੱਚ ਵੇਖਦੇ ਹਾਂ ਤੇ ਇਹਦੇ ਕੋਆਰਡੀਨੇਟ ਕੀ ਆਉਂਦੇ ਆ, X Y ਤੇ Z। ਜਦੋਂ ਅਸੀਂ ਇਹੋ ਪੁਆਇੰਟ ਨੂੰ S ਡੈਸ਼ ਫਰੇਮ ਆਫ ਰੈਫਰੈਂਸ ਦੇ ਵਿੱਚ ਦੇਖਦੇ ਹਾਂ ਤਾਂ ਇਹਦੇ ਕੋਆਰਡੀਨੇਟ X ਡੈਸ਼, Y ਡੈਸ਼ ਤੇ Z ਡੈਸ਼, ਠੀਕ ਹੈ, ਇਹ ਆਉਂਦੇ ਆ। ਹੁਣ ਅਸੀਂ ਇਹਨੂੰ ਮਿਲਾਨ ਕਰਦੇ ਹਾਂ ਓਰੀਜਨ ਦੇ ਨਾਲ। ਠੀਕ ਹੈ। ਹੁਣ ਸਟੂਡੈਂਟਸ ਨੈਕਸਟ ਚੀਜ਼ ਅਸੀਂ ਕੀ ਕੰਸੀਡਰ ਕਰਨੀ ਆ, ਜਿਹੜੀ P ਪੁਆਇੰਟ ਦੀ ਜਾਂ P ਪਾਰਟੀਕਲ ਦੀ ਵੈਲੋਸਿਟੀ ਹੈ ਵਿਦ ਰਿਸਪੈਕਟ ਟੂ S ਫਰੇਮ ਆਫ ਰੈਫਰੈਂਸ ਦੇ, ਉਹ ਸਾਡੀ ਕੀ ਆ, UX, ਠੀਕ ਹੈ। ਅਸੀਂ ਇਹਦੇ ਨਾਲ ਹੀ ਮੂਵ ਕਰ ਰਹੇ ਹਾਂ, ਇਹਦੇ ਨਾਲ UX ਲਿਖਿਆ, ਠੀਕ ਹੈ। ਹੁਣ ਅਸੀਂ ਹੋਰ ਦੂਸਰੀ ਇੱਕ ਵੈਲੋਸਿਟੀ ਹੋਰ ਕੰਸੀਡਰ ਕਰਨੀ ਆ, ਠੀਕ ਹੈ। ਜੋ ਸਾਡੀ ਵੈਲੋਸਿਟੀ ਹੈ ਇਹੋ ਪਾਰਟੀਕਲ ਦੀ ਵਿਦ ਰਿਸਪੈਕਟ ਟੂ ਦੀ S ਡੈਸ਼ ਫਰੇਮ ਆਫ ਰੈਫਰੈਂਸ UX ਡੈਸ਼। ਅਸਾਂ ਨੇ ਤਿੰਨ ਵੈਲੋਸਿਟੀਜ਼ ਕੰਸੀਡਰ ਕਰੀਆਂ ਨੇ ਸਟੂਡੈਂਟਸ। ਫਸਟ ਵਾਲੀ ਵੈਲੋਸਿਟੀ V ਹੈ ਜੋ S ਡੈਸ਼ ਫਰੇਮ ਆਫ ਰੈਫਰੈਂਸ S ਨਾਲ ਮੂਵ ਕਰ ਰਿਹਾ, ਠੀਕ ਹੈ, ਜੋ ਕਿ ਕੌਨਸਟੈਂਟ ਵੈਲੋਸਿਟੀ ਹੈ। ਅਸੀਂ ਇਹ ਪਹਿਲਾਂ ਹੀ ਅਜੰਪਸ਼ਨ ਦੇ ਵਿੱਚ ਲੈ ਕੇ ਚੱਲਦੇ ਹਾਂ। ਉਸ ਤੋਂ ਬਾਅਦ ਦੂਜੀ ਵੈਲੋਸਿਟੀ ਕੀ ਹੈ ਆਪਣੀ UX ਪਾਰਟੀਕਲ P ਦੀ ਵਿਦ ਰਿਸਪੈਕਟ ਟੂ ਦੀ ਫਰੇਮ ਆਫ ਰੈਫਰੈਂਸ S, ਐਂਡ ਤੀਜੀ ਵੈਲੋਸਿਟੀ ਕੀ ਹੈ UX ਡੈਸ਼, ਠੀਕ ਹੈ, ਵਿਦ ਰਿਸਪੈਕਟ ਟੂ ਦੀ ਫਰੇਮ ਆਫ ਰੈਫਰੈਂਸ S ਡੈਸ਼, ਠੀਕ ਹੈ ਬਈ। ਹੁਣ ਦੇਖੋ ਅਸੀਂ ਇਹਦੇ ਵਿੱਚੋਂ ਅਗਰ ਅਸੀਂ ਡਾਇਰੈਕਟ ਕੱਢਣਾ ਚਾਹੀਏ, ਇੱਕ ਤਾਂ ਐਕਸਪ੍ਰੈਸ਼ਨ ਆਊਗਾ, ਅਗਰ ਅਸੀਂ ਡਾਇਰੈਕਟ ਕੱਢਣਾ ਚਾਹੀਏ ਜਿਹੜੀਆਂ ਆਹ ਵੈਲੋਸਿਟੀਜ਼ ਨੇ ਸਟੂਡੈਂਟਸ, ਇਹ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਨੇ, ਠੀਕ ਹੈ। ਆਮ ਡੇਲੀ ਲਾਈਫ ਵਾਲੀਆਂ ਵੈਲੋਸਿਟੀਜ਼ ਨਹੀਂ ਹੈਗੀਆਂ, ਠੀਕ ਹੈ, ਕਿਉਂਕਿ ਅਸੀਂ ਕਿਹੜੇ ਕੰਸੈਪਟ ਦੇ ਅੰਡਰ ਗੱਲ ਕਰ ਰਹੇ ਹਾਂ, ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੇ ਅੰਡਰ ਗੱਲ ਕਰਦੇ ਹਾਂ। ਉਹਦੇ ਵਿੱਚ ਬੋਡੀਜ਼ ਨੇ ਜੋ ਆਪਣੇ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਨਾਲ ਹੀ ਮੂਵ ਕਰਦੀਆਂ ਨੇ, ਠੀਕ ਹੈ। ਹੁਣ ਜੋ V UX U ਡੈਸ਼ X ਨੇ, ਜੋ ਇਹ ਵੈਲੋਸਿਟੀਜ਼ ਨੇ ਜੋ ਆਪਣੀਆਂ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਨੇ, ਠੀਕ ਹੈ। ਹੁਣ ਦੇਖੋ ਅਗਰ ਤੁਹਾਨੂੰ ਇੱਥੋਂ ਪਿਕਚਰ ਕਲੀਅਰ ਹੋ ਰਹੀ ਹੈ, ਠੀਕ ਹੈ, V ਨੂੰ ਪਲੱਸ ਕਰੀਏ ਤੇ U ਡੈਸ਼ X ਨੂੰ ਪਲੱਸ ਕਰੀਏ ਤਾਂ ਕਿਹਦੇ ਇਕੁਅਲ ਆਏਗੀ, ਉਹ UX ਦੇ ਇਕੁਅਲ ਆਏਗੀ, ਠੀਕ ਹੈ। ਇੱਥੋਂ ਆਹ ਵਾਲੀ ਵੈਲੋਸਿਟੀ ਇਹਦੇ ਨਾਲ ਕਦੇ ਨਾਲ V ਨਾਲ ਮੂਵ ਕਰ ਰਿਹਾ। ਇਸ ਤੋਂ ਅੱਗੇ ਆਪਣਾ ਪਾਰਟੀਕਲ ਹੈ ਜੋ ਫਰੇਮ ਆਫ ਰੈਫਰੈਂਸ S ਡੈਸ਼ ਦੇ ਨਾਲ ਜੋ ਮੂਵ ਕਰ ਰਿਹਾ,
ਉਹ ਯੂ ਐਕਸ ਡੈਸ਼ ਨਾਲ ਮੂਵ ਕਰ ਰਿਹਾ। ਦੋਨਾਂ ਵੈਲੋਸਿਟੀ ਨੂੰ ਜੇ ਸਮ ਕਰਾਂਗੇ ਤਾਂ ਆਪਣਾ ਯੂ ਐਕਸ ਆ ਜਾਏਗਾ। ਜਿਵੇਂ ਉਹ ਲਾਸਟ ਟਾਈਮ ਦੇ ਵਿੱਚ ਅਸਾਂ ਨੇ ਕੀ ਕਰਿਆ ਸੀ, ਸਵਿਮਰ ਲਿਆ ਸੀ, ਵਾਟਰ ਲਿਆ ਸੀ, ਦੂਜੇ ਆਪਾਂ ਨੇ ਕਿਨਾਰਾ ਲਿਆ ਸੀ। ਵਾਟਰ ਦੀ ਸਪੀਡ ਪਲੱਸ ਆਪਾਂ ਨੇ ਕੀ ਕਰਿਆ ਸੀ, ਸਵਿਮਰ ਦੀ ਸਪੀਡ ਕੀ ਆ ਗਈ ਸੀ, ਸਵਿਮਰ ਦੀ ਸਪੀਡ ਵਿਦ ਰਿਸਪੈਕਟ ਟੂ ਦੀ ਆਪਣੇ ਐਜਸ ਆ ਗਈ ਸੀ ਕੈਨਲ ਦੇ। ਉੱਦਾਂ ਹੀ ਆ ਜਾਏਗਾ ਸਟੂਡੈਂਟਸ ਇਹਦੀ ਸਪੀਡ, ਜਿਵੇਂ ਇਹਨੂੰ ਅਸੀਂ ਆ ਜਿਹੜੀ ਫਰੇਮ ਆਫ ਰੈਫਰੈਂਸ ਐਸ ਡੈਸ਼ ਇਹਨੂੰ ਵਾਟਰ ਮੰਨੀਏ ਤੇ ਵਾਟਰ ਦੇ ਰਿਸਪੈਕਟਿਵ ਜੋ ਆਪਣਾ ਪਾਰਟੀਕਲ ਯੂ ਐਕਸ ਡੈਸ਼ ਨਾਲ ਮੂਵ ਕਰ ਰਿਹਾ, ਦੋਨਾਂ ਨੂੰ ਪਲੱਸ ਕਰਾਂਗੇ ਆਪਣੀ ਕਾਹਦੀ ਸੀ, ਐਜ ਦੇ ਰਿਸਪੈਕਟਿਵ ਸਪੀਡ ਆਈ ਜਾਂਦੀ ਸੀ, ਹੈ ਨਾ। ਬਟ ਉਹ ਆਪਾਂ ਡਾਇਰੈਕਟ ਪਲੱਸ ਕਰਦੇ ਸੀ। 50 + 6 10 ਕੀ ਹੈਗਾ ਜੀ, 60 ਆ ਗਿਆ ਸੀ। ਬਟ ਤੁਹਾਨੂੰ ਸਪੈਸ਼ਲ ਥਿਊਰੀ ਆਫ ਰਿਲੇਟੀਵਿਟੀ ਦੇ ਵਿੱਚ ਕੀ ਦੱਸਿਆ, ਇੱਕ ਫੈਕਟਰ ਹੋਰ ਇਨਕਲੂਡਡ ਹੁੰਦਾ। ਅਸੀਂ ਇੱਥੋਂ ਡਾਇਰੈਕਟ ਹੀ ਬਣਾ ਸਕਦੇ ਹਾਂ ਵੀ ਸਾਡਾ ਯੂ ਐਕਸ ਕਿੰਨਾ ਆਏਗਾ, ਯੂ ਐਕਸ ਇਹਨੂੰ ਪ੍ਰੂਵ ਵੀ ਕਰਾਂਗੇ ਅਸੀਂ। ਇੱਥੋਂ ਦੇਖੋ ਯੂ ਐਕਸ ਕਿੰਨਾ ਆਏਗਾ, v + ਯੂ ਐਕਸ ਡੈਸ਼ 1 + v ਯੂ ਐਕਸ ਡੈਸ਼ ਡਿਵਾਈਡਡ ਬਾਈ c ਦਾ ਸਕੁਅਰ। ਠੀਕ ਹੈ, ਵੈਲੋਸਿਟੀਜ਼ ਇੱਦਾਂ ਐਡ ਹੁੰਦੀਆਂ ਨੇ ਆਪਣੇ ਸਪੈਸ਼ਲ ਥਿਊਰੀ ਆਫ ਰਿਲੇਟੀਵਿਟੀ ਦੇ ਵਿੱਚ। ਠੀਕ ਹੈ, ਹੁਣ ਵੇਖੋ ਇੱਥੋਂ ਹੋਰ ਕੰਡੀਸ਼ਨ ਵੀ ਬਣ ਸਕਦੀ ਆ। ਅਗਰ ਤੁਹਾਨੂੰ ਕਹਿ ਦਿੱਤਾ ਜਾਵੇ ਵੀ ਯੂ ਐਕਸ ਡੈਸ਼ ਫਾਈਂਡ ਕਰੋ, ਇੱਥੋਂ ਹੀ ਯੂ ਐਕਸ ਡੈਸ਼ ਫਾਈਂਡ ਕਰਾਂਗੇ ਸਟੂਡੈਂਟਸ ਅਸੀਂ। ਜੇ ਯੂ ਐਕਸ ਦੇ ਵਿੱਚੋਂ v ਨੂੰ ਮਾਈਨਸ ਕਰ ਦਈਏ ਤਾਂ ਸਾਡੇ ਕੋਲ ਕੀ ਆ ਜਾਏਗਾ, ਯੂ ਐਕਸ ਡੈਸ਼ ਆ ਜਾਏਗਾ। ਠੀਕ ਹੈ, ਇੱਥੋਂ ਡਾਇਰੈਕਟ ਫਾਈਂਡ ਕਰ ਸਕਦੇ ਹੋ ਤੁਸੀਂ। ਯੂ ਐਕਸ ਡੈਸ਼ ਇਜ਼ ਇਕੁਅਲ ਟੂ ਯੂ ਐਕਸ ਮਾਈਨਸ v ਡਿਵਾਈਡਡ ਬਾਏ 1 - ਯੂ ਐਕਸ v ਡਿਵਾਈਡਡ ਬਾਏ c ਦਾ ਸਕੁਅਰ। ਜਿਹੜਾ ਇੱਥੇ ਸਾਈਨ ਆਏਗਾ ਉਹੀ ਇੱਥੇ ਸਾਈਨ ਆਏਗਾ। ਠੀਕ ਹੈ, ਆਪਣੇ ਕੋਲ ਦੂਜਾ ਫਾਰਮੂਲਾ ਆ ਗਿਆ। ਠੀਕ ਹੈ, ਯੂ ਐਕਸ ਵੀ ਫਾਈਂਡ ਹੋ ਗਿਆ, ਯੂ ਐਕਸ ਡੈਸ਼ ਵੀ ਫਾਈਂਡ ਹੋ ਗਿਆ। ਅਗਰ ਤੁਹਾਨੂੰ ਕਿਹਾ ਜਾਵੇ v ਫਾਈਂਡ ਕਰੋ, v ਕਿੱਦਾਂ ਫਾਈਂਡ ਕਰੋਗੇ ਤੁਸੀਂ, v ਨੂੰ v ਇਜ਼ ਇਕੁਅਲ ਟੂ ਯੂ ਐਕਸ ਮਾਈਨਸ ਯੂ ਡੈਸ਼ ਐਕਸ ਡਿਵਾਈਡਡ ਬਾਏ 1 - ਯੂ ਐਕਸ ਯੂ ਡੈਸ਼ ਐਕਸ ਬਾਈ c ਸਕੁਅਰ। ਹੋ ਗਈਆਂ ਤਿੰਨੋਂ ਵੈਲੋਸਿਟੀਜ਼ ਫਾਈਂਡ। ਠੀਕ ਹੈ, ਇੱਦਾਂ ਅਸਾਂ ਨੇ ਸਾਰੇ ਇਹ ਹੈਗੇ ਕੰਸੈਪਚੁਅਲ ਨੌਲੇਜ, ਬੇਸਿਕ ਕੰਸੈਪਟ ਆ। ਠੀਕ ਹੈ, ਅਤੇ ਇਹ ਸਾਰੇ ਦੇ ਸਾਰੇ ਫਾਰਮੂਲੇ ਆ ਗਏ। ਤੁਹਾਨੂੰ ਕੀ ਕਿਹਾ ਜਾਊਗਾ, ਇਹੀ ਤਿੰਨਾਂ ਸਪੀਡਸ ਤੋਂ ਇਲਾਵਾ ਕੋਈ ਹੋਰ ਚੌਥੀ ਸਪੀਡ ਸਾਨੂੰ ਫਾਈਂਡ ਕਰਨ ਨੂੰ ਨਹੀਂ ਕਿਹਾ ਜਾਊਗਾ। ਤਿੰਨੋਂ ਸਪੀਡਸ ਦੇ ਸਾਡੇ ਕੋਲ ਫਾਰਮੂਲੇ ਆ ਗਏ ਆ। ਠੀਕ ਹੈ, ਦੋਸਾਂ ਨੇ ਮੇਨ ਸਿੱਖਣਾ ਵੀ ਕਿੱਦਾਂ ਬਣਦੇ ਆ। ਠੀਕ ਹੈ, ਉਹਨੂੰ ਮਾਈਨਸ ਕਰਨਾ ਪਊ ਜਾਂ ਪਲੱਸ ਕਰਨਾ ਪਊ, ਹੈ ਨਾ। ਸਾਨੂੰ ਨੂਮੈਰੀਕਲ ਦੇ ਵਿੱਚ ਇਹ ਵੀ ਵੇਖਣਾ ਪੈਣਾ ਵੀ ਵੈਲੋਸਿਟੀ ਦੀ ਡਾਇਰੈਕਸ਼ਨ ਕਿਹੜੀ ਸਾਈਡ ਨੂੰ ਆ। ਇੱਥੇ ਤਾਂ ਵੈਲੋਸਿਟੀ ਜੀ ਸਿੰਪਲ ਕੇਸ ਆ, ਸਾਰੀ ਦੀਆਂ ਸਾਰੀਆਂ ਵੈਲੋਸਿਟੀਜ਼ ਨੇ ਉਹ ਰਾਈਟ ਬੰਨੀ ਨੂੰ ਨੇ, ਇੱਕੋ ਸਾਈਡ ਨੂੰ ਨੇ। ਕਈ ਵਾਰ ਵੈਲੋਸਿਟੀ ਲੈਫਟ ਬੰਨੀ ਨੂੰ ਹੋ, ਉੱਥੇ ਸਾਨੂੰ ਵੈਲੋਸਿਟੀ ਦੀ ਡਾਇਰੈਕਸ਼ਨ ਵੀ ਧਿਆਨ ਦੇ ਵਿੱਚ ਰੱਖਣੀ ਪੈਣੀ ਆ। ਠੀਕ ਹੈ, ਹੁਣ ਜੋ ਸਿੰਪਲ ਫਾਰਮੂਲਾ ਸੀ ਜਿਵੇਂ ਤੁਹਾਨੂੰ ਮੈंने ਉਹ ਉੱਥੇ ਦੱਸਿਆ ਵੀ ਸੀ, ਉਹ ਵੀ ਲਿਖ ਦਿੰਦੇ ਆ ਤੁਹਾਨੂੰ। VAB ਇਜ਼ ਇਕੁਅਲ ਟੂ VAC + VCB ਡਿਵਾਈਡਡ ਬਾਏ 1 + VAC VCB ਬਾਏ c ਦਾ ਸਕੁਅਰ। ਠੀਕ ਹੈ, ਆ ਇੱਕ ਜਨਰਲ ਫਾਰਮੂਲਾ ਆ ਗਿਆ। ਇਹ ਸਾਰੇ ਦੇ ਸਾਰੀਆਂ ਜਿੰਨੇ ਵੀ ਨੂਮੈਰੀਕਲ ਨੇ ਉੱਥੇ ਐਪਲੀਕੇਬਲ ਹੋਏਗਾ। ਆ ਵੀ ਤੁਹਾਨੂੰ ਵੈਸੇ ਯਾਦ ਰੱਖਣ ਦੀ ਲੋੜ ਨਹੀਂ ਹੈਗੀ, ਅਸੀਂ ਕੁਐਸਚਨ ਤੋਂ ਹੀ ਨਾਲ ਦੀ ਨਾਲ ਬਣਾ ਸਕਦੇ ਹਾਂ। ਠੀਕ ਹੈ, ਹੁਣ ਅਸੀਂ ਇਹਨੂੰ ਕਰਦੇ ਹਾਂ ਆਪਾਂ ਪ੍ਰੂਵ ਵੀ ਕਿੱਦਾਂ ਹੋਊਗਾ। देखो सारी दी सारी वेलोसिटीज आ गई, यू एक्स है, यू डैश एक्स है, तो वी है। यू एक्स इज इक्वल टू डी एक्स डिवाइडेड बाय डी टी, यू एक्स डैश इज इक्वल टू डी एक्स डैश बाय डी टी डैश, एंड वी इज इक्वल टू डी एक्स बाय, नहीं बस सही हो ठीक है अपन है ना, दो वेलोसिटीज। तो उस तो बाद वेखो हुण असीं लॉरेंट्ज़ ट्रांसफॉर्मेशन के अकॉर्डिंग चलांगे, अकॉर्डिंग टू लॉरेंट्ज़ ट्रांसफॉर्मेशन की कहती ने, एक्स डैश इज इक्वल टू एक्स माइनस वी टी डिवाइडेड बाय 1 - वी स्केयर बाय सी स्केयर अंडर दी रूट। ठीक है बई, ये अपनी एक्स डैश की एक्स प्राइम कह सकते हैं या फिर ठीक है एक्स डैश भी कह सकते हैं, दोनों की कन्वर्सन है। ठीक है, इदा ही असी वाई डैश लिखते हैं, वाई डैश इज इक्वल टू वाई, जेड डैश इज इक्वल टू जेड। इदा ही अपनी टी डैश भी आती है, टी डैश इज इक्वल टू टी माइनस वी एक्स बाय सी स्केयर डिवाइडेड बाय 1 - वी स्केयर बाय सी स्केयर अंडर दी रूट। ठीक है, ये अपने को आ गई लॉरेंट्ज़ ट्रांसफॉर्मेशनस। हुण असां ने की कढ़ना स्टूडेंट्स, असीं कढ़ना चाहते हैं यू एक्स मतलब डी एक्स डिवाइडेड बाय डी टी। ठीक है, या असीं कह सकते हैं भी यू एक्स डैश डी एक्स डैश डिवाइडेड बाय डी टी डैश। ठीक है, हुण इत्थे देखो स्टूडेंट्स की आ डी जो एक्स डैश आ वो एक्स का फंक्शन है। ठीक है, ठीक है, एक्स का फंक्शन, एक्स अगेन टी का फंक्शन होगा, आ भी टी का फंक्शन है, वी जी साडी कॉन्स्टेंट है। ठीक है, इस करके असीं की करांगे स्टूडेंट्स, डिफरेंशिएट विद रिस्पैक्ट टू टी। ये इक्वेशन जो डिफरेंशिएट करिया असाने डी एक्स डैश डिवाइडेड बाय डी टी आ गया, ये डी एक्स बाय डी टी, डी एक्स बाय डी टी
माइनस वी साडा कॉन्सटेंट आ जो टी के अकॉर्डिंग इनू विद रिस्पेक्ट टू अपन डिफरेंशिएट किया तो वी आ गया तो हेठां वाला सारा ही कॉन्सटेंट आ वी स्केयर बाय सी स्केयर क्योंकि वी स्केयर वी असीं कॉन्सटेंट लेके चले हाँ तां करके कॉन्सटेंट आ उंज दा वैसे वेलोसिटी ते डिपेंड कर दी थी ठीक है। हुण देखो डी एक्स बाय डी टी की है साडा यू एक्स आ इत्थे यू एक्स भरांगे यू एक्स ठीक है भी ये अपने कोल इक्वेशन एक आ गई। सानू चाहिए की आ सानू यू डैश एक्स चाहिए जो आएगा साडा डी एक्स डैश डिवाइडेड बाय डी टी डैश नाल। हुण असीं इहनूं डिवाइड करांगे इक्वेशन नूं टी नाल दोनों नूं टी नाल डिफरेंशिएट करना डी टी डैश डिवाइडेड बाय डी टी इज इक्वल टू 1 माइनस वी कॉन्सटेंट आ वी डी एक्स बाय डी टी डिवाइडेड बाय सी स्केयर बाय 1 माइनस वी स्केयर बाय सी स्केयर अंडर दी रूट ठीक है भी। इनू अगे सॉल्व करते हैं असी 1 माइनस वी उदा ही डी एक्स बाय डी टी कितना आ गया डी एक्स बाय डी टी यू एक्स डिवाइडेड बाय 1 माइनस वी स्केयर बाय सी स्केयर अंडर दी रूट ये अपने को इक्वेशन 2 आ गई ठीक है। हुण इक्वेशन नंबर 1 ते 2 नूं इक्वेशन नंबर 1 डिवाइड करो इक्वेशन 2 नाल ठीक है डी एक्स डैश डिवाइडेड बाय डी टी डिवाइड करें जो असां इनू डी टी डैश डिवाइडेड बाय डी टी इट इज़ इक्वल टू यू एक्स माइनस वी डिवाइडेड बाय 1 माइनस वी स्केयर बाय सी स्केयर अंडर दी रूट मल्टीप्लाई इनू पासा परते जाएंगे ये 1 माइनस वी स्केयर बाय सी स्केयर अंडर दी रूट 1 माइनस वी यू एक्स इत्थे देखो एक मिसटेक हो गई अपने को वी इत्थे सी स्केयर जो साडा छुट गया सी स्केयर आएगा इत्थे ते इत्थे भी अपने को सी स्केयर आएगा ठीक है। तो आ दोनों कॉमन टर्म्स ने तो अपने कैंसल हो जाएगियाँ तो आ वाला डी टी नाल डी टी कैंसल हो जाएगा साढ़े को बचेगा डी एक्स डैश डिवाइडेड बाय डी टी डैश इज इक्वल टू यू एक्स माइनस वी डिवाइडेड बाय 1 माइनस वी यू एक्स बाय सी स्केयर ठीक है। डी एक्स डैश बाय डी टी डैश कितना साढ़े को यू एक्स डैश डैश ठीक है ये साढ़े को आ गया एक्सप्रैशन आ गया असीं सीधा भी कढ़ सकते हैं जिवें तुहानूं लास्ट टाइम कढ़ के दिखाया सी यू एक्स डैश किद्दां आएगा यू एक्स दे विचों वी नूं माइनस कर दो ये तुहानूं जिवें लास्ट टाइम कढ़िया सी आपां ने हुण थोड़ा टाइम है पहलां यू एक्स डैश कढ़ना चाहुंदे असीं यू एक्स दे विचों वी नूं माइनस कर दो यू एक्स डैश इज इक्वल टू यू एक्स माइनस वी डिवाइडेड बाय 1 माइनस दोनों की प्रोडक्ट बाय सी स्केयर देखो यू वाला एक्सप्रैशन आया देखो यू एक्स माइनस वी डिवाइडेड बाय 1 माइनस वी यू एक्स बाय सी स्केयर सेम एक्सप्रैशन आया असीं अपनी अंडरस्टैंडिंग के नाल भी इत्थों डायरैक्ट कढ़ सकते हैं अगर आ थोड़ा जिहा लंबा चौड़ा प्रोसैस है ठीक है। अगर तुसां थ्योरैटिकल पेपर देना थ्योरी वाला पेपर देना तो तुहानूं करन दी लोड़ हैगी अदरवाइज तुहानूं लोड़ करन दी है नहीं ठीक है क्योंकि सानू पता भी जिहड़ी चाहे प्लस होनी हो चाहे माइनस हो गए हो वेलोसिटीज़ ठीक है सिंपल एडिशन ही है ठीक है। तो यह सबसैक्शन आ बस साने की करना असाने एक आईओ वाला फैक्टर जो नीचे डिनोमीनेटर से लगता ईओ वाला फैक्टर असीं इंक्लूड करना वो भी की है प्रोडक्ट ऑफ वेलोसिटी डिवाइडेड बाय सी स्केयर आ अगर इत्थे माइनस आता इत्थे माइनस आजू इत्थे प्लस आता इत्थे प्लस आजू ठीक है इन्ना ही साडा कंसैप्ट आ। तो अगर असीं वाई डैश कढ़ना चाहते सॉरी अपनी यू वाई ये यू एक्स आ ना यू वाई कढ़ना होवे या यू वाई डैश कढ़ना होवे ठीक है फिर असीं इन्हां दे अलॉन्ग प्रोसीड कर सकते हैं असीं इन्हां तो अगे चल सकते हैं ठीक है वो भी आपां कढ़ दिंदे हां किद्दां कढ़ीए जिन्ने भी अपने थ्योरैटिकल पेपर देने वाले ने है ना बच्चे वो अपने इस वीडियो में वेख सकते हैं नहीं अगे स्किप करके ना अगे न्यूमेरिकल्स से जा सकते हैं ठीक है। अगर एक बार वैसे दोनों बंदे MCQ वाले भी वेख लैन तो बड़ी चंगी गल है क्योंकि उन्होंने कई सारे कंसैप्ट ये क्लीयर हो जाने हैं ठीक है। हुण वेखो सी साडे कोल एक्स डैश इज इक्वल टू एक्स माइनस वी टी डिवाइडेड बाय 1 माइनस वी स्केयर बाय सी स्केयर अंडर द रूट वाई डैश इज इक्वल टू वाई जेड डैश इज इक्वल टू जेड टी डैश इज इक्वल टू टी माइनस वी एक्स बाय सी स्केयर अंडर द रूट 1 माइनस वी स्केयर बाय सी स्केयर अंडर द रूट ठीक है। ये साढ़े को लॉरेंट्ज़ ट्रांसफॉर्मेशन थी असी की करते हैं स्टूडेंट्स असा ने यू वाई डैश तो यू जेड डैश ये कढ़ना चाहते हैं असी ठीक है। इतों कढ़ो डी वाई डैश इज इक्वल टू डी वाई एंड डी टी डैश ये तो इट इज इक्वल टू डेरीवेटिव करें डी टी माइनस वी डी एक्स बाय सी स्केयर बाय 1 माइनस
वी स्केयर बाय सी स्केयर अंडर दी रूट। ठीक है, हुण असीं इन्हां नूं डिवाइड कर देंगे। आह वाली चीज़ नूं फस्ट वाली इक्वेशन नूं सैकेंड वाले नाल डिवाइड कर देंगे। डी वाई डैश डिवाइडेड बाई डी टी डैश इज इक्वल टू डी वाई बाई, जो आ नीचे ले आवांगे, ठीक है, उपर घूम के चली जानी 1 माइनस वी स्केयर बाय सी स्केयर अंडर दी रूट, आ वाली नीचे आ जानी डी टी माइनस वी डी एक्स बाय सी स्केयर। ठीक है बई, हुण असीं की करते हैं, इत्थों असीं डी टी नूं कॉमन कढ लैंदे आ, डी वाई 1 माइनस वी स्केयर बाय सी स्केयर अंडर दी रूट डिवाइडेड बाई डी टी जो बाहर कढ़िया 1 माइनस वी डी एक्स बाय, असीं इदां लिखते हैं डी टी डिवाइडेड बाई सी दा स्केयर। ठीक है, हुण आ डी टी नूं असीं आ डी वाई दे नीचे लगा देने, इत्थे ये डी वाई दे नीचे लगाओ, डी वाई बाई डी टी कितना होया साडे कोले, डी वाई बाई डी टी कितना होया साडे कोल यू वाई 1 माइनस वी स्केयर बाय सी स्केयर अंडर दी रूट बाई 1 माइनस वी डी एक्स बाई डी टी कितना यू एक्स बाय सी दा स्केयर। ठीक है, ये अपना की आ गया डी वाई बाई डी वाई डैश बाई डी टी डैश इज यू वाई डैश, ये साडे कोल यू वाई डैश आ जाएगा। सेम इदां ही यू जैड डैश आ जाएगा। ठीक है, तुसां ने उदां कढ लेना सेम प्रोसीजर के नाल। हुण असीं वधदे हां, ये अपने की सी एक्सप्रैशनस आ गए तो भी किद्दां असीं प्रूव कर सकते हैं भी किद्दां वेलोसिटीज़ की एडिशन होंदी आ या किद्दां उन्हां दी सबट्रैक्शन होंदी आ। अगर वेलोसिटीज़ ने जो स्पीड ऑफ लाइट तो कंपेरेबल नहीं हैगियां, असीं डेली लाइफ वाली स्पीड्स ने 50 किलोमीटर 100 किलोमीटर या 120 है, वो तो सीधी ऐड हो जाती होंदियां ने, बट स्पैशल थ्योरी ऑफ रिलेटिविटी दे विच सीधियां नहीं ऐड होणियां। मैं वार वार उहिओ कह रहा, हेठां वाला फैक्टर है जो इनकलूड तुहानूं करना ही पैना। ठीक है, हुण इहदे नाल रिलेटेड जो तुहाडे पिछले सालों के विच MCQ आए हुए हैं वो वेखदे हां किद्दां किद्दां दे MCQ आए हैं। ठीक है, तो दोनों तरीके नाल तुहानूं मैं सॉल्व करके दिखावांगा भी किद्दां किद्दां हुंदे आ। स्टूडेंट्स, हुण असीं अपने न्यूमेरिकल्स वन्नी वधदे हां। ठीक है, देखो, ए रॉकेट इज सेंट विद दी वेलोसिटी ऑफ 0.9 c, ए लाइट पल्स इज आल्सो सेंट अलॉन्ग द सेम पाथ। ठीक है, अपने कोल कोई फ्रेम ऑफ रेफरेंस है, आप वाली अपने कोल फ्रेम ऑफ रेफरेंस है। ठीक है, अपने कोल कोई रॉकेट है इत्थों, ठीक है, इसकी वेलोसिटी कितनी है 0.9 c, ए लाइट पल्स इज आल्सो सेंट अलॉन्ग द सेम पाथ, वट इज़ दी वेलोसिटी ऑफ लाइट रिलेटिव टू द रॉकेट। देखो, लाइट पल्स सेम EU वाले सेम पाथ दे विचों दी अपने अलॉन्ग सेंड करी गई आ, जिहदी की वेलोसिटी सानूं तुहानूं पता ही है लाइट की वेलोसिटी कितनी होंदी है c होंदी है। ठीक है, ये सारियां वेलोसिटी जो दसियां गई ने अपने आप फ्रेम ऑफ रेफरेंस S नाल दसियां गई ने, ये Z आ, ये X आ ते ये Y आ। ठीक है, जी C वेलोसिटी है वो भी अपनी ये अलॉन्ग आ, ये रिस्पैक्टिव आ, जो रॉकेट की 0.9 वेलोसिटी है वो भी अपनी ये रिस्पैक्टिव आ। ठीक है, हुण असीं इहनूं लिखदे हां थोड़ा सिंपलीफाई करके। ठीक है, वेलोसिटी ऑफ रॉकेट विद रिस्पेक्ट टू कादे लैब फ्रेम ऑफ रेफरेंस। ठीक है, इट इज़ इक्वल टू 0.9 c। ठीक है, उस तो बाद वेलोसिटी ऑफ फोटोन की है लाइट पल्स, लाइट आपां पल्स पा लेने वाले। ठीक है, वेलोसिटी ऑफ पल्स विद रिस्पेक्ट टू लैब फ्रेम ऑफ रेफरेंस कितनी है c। ठीक है, हुण की कहंदा है वट इज़ द वेलोसिटी ऑफ लाइट रिलेटिव टू दी रॉकेट, वेलोसिटी ऑफ लाइट रिलेटिव टू दी रॉकेट अपने ये फाइंड करनी है। ठीक है, पहला तो असीं फार्मूले के अकॉर्डिंग फाइंड करते हैं। साडे कोल तीन चीज़ां होंदियां ने, एक आ देखो असीं की फाइंड करना वेलोसिटी ऑफ लाइट, वट इज़ दी वेलोसिटी ऑफ लाइट, वेलोसिटी ऑफ लाइट पल्स पाया अपने। ठीक है, विद रिस्पैक्ट टू दी रॉकेट PR VPR फाइंड करना सारे। ठीक है भाई, हुण असीं उहिओ वाला फार्मूला यूज़ करते हैं इत्थे, VPR इज़ इक्वल टू P लावांगे VP लगावांगे, तीजा किहड़ा नहीं हैगा L। ठीक है, प्लस VL लगावांगे, तीजा नहीं हैगा किहड़ा R नहीं हैगा LR, डिवाइडेड बाय 1 प्लस VPL इंटू VLR डिवाइडेड बाय C दा स्केयर, इदां लगा लांगे। ठीक है, फिर रिपीट कर देना मैं, साने फाइंड करना है VPR फाइंड करना। ठीक है,
VPR फाइंड करिया, VP लिखिया, ਜਿਹੜਾ ਤੀਜਾ नहीं है ਇਹਦੇ ਵਿੱਚ ਉਹ ਲਿਖਣਾ ਉਰੇ L लिख लिया, ठीक है। ਹੁਣ VL ਲਿਖਿਆ, ਤੀਜਾ ਇਹਨਾਂ 'ਚ नहीं हैगा ਉਹ ਲਿਖਣਾ R लिख लिया, ठीक है। ਹੇਠਾਂ ਫਿਰ ਇੱਥੇ ਤੱਕ ਕੰਮ ਸਾਡਾ ਨਿਬੜ ਗਿਆ। ਹੇਠਾਂ 1 प्लस ਦੋਨਾਂ ਦੀ ਪ੍ਰੋਡਕਟ ਡਿਵਾਈਡਡ ਬਾਈ C² ਲਿਖਣਾ, ठीक है। ਹੁਣ ਵੇਖੋ ਅੱਗੇ ਅਸੀਂ ਕੀ ਕਰਦੇ ਹਾਂ। ਅੱਗੇ ਅਸੀਂ ਨੇ ਵੈਲਿਊਜ਼ ਪੁੱਟ ਕਰਦੇ ਹਾਂ VPR ਪਲਸ ਦੀ ਵਿਦ ਰਿਸਪੈਕਟ ਟੂ ਦੀ ਰੌਕਟ, ठीक है। हाँ पल्स दी इो फाइंड करनी अपने। इट इज़ इक्वल टू VPL कितना साढ़े को VPLC है, ठीक है। VLR कितना VLR, ठीक है। ये एक चीज़ होर तुहानूं दसदा मैं, अगर साढ़े को V12 आ वो V21 अगे माइनस लग जाता, ठीक है। मतलब कि डायरैक्शन वो उल्टी हो जाती है। हुण साढ़े को VLR आ स्टूडेंट्स इत्थे, तो इत्थे साढ़े को VRL आ, ठीक है। अगर इसी डायरैक्शन उल्टी करनी हो VLR फाइंड करना तो इत्थे माइनस आ जाएगी 0.9C आ जाएगी, ठीक है। उस तो बाद अगे वेखो, अगे 1 प्लस VPL कितना साढ़े को VPLC है, VLR कितना साढ़े को VLR इज़ माइनस दा 0.9C डिवाइडेड बाई C दा स्केयर, ठीक है। हुण देखो आ C दा स्केयर है, C दोनों C नाल कैंसल हो गया, तो ये साढ़े कोल कितना आ गया C दे विचों 0.9 माइनस करिए 1 दे विचों 0.1C आ गया डिवाइडेड बाई 1 प्लस 0.9, ठीक है भाई। अगे वेखो 0.1 बाई 1.9C, ठीक है। पॉइंट नाल पॉइंट कैंसल हो गया। इत्थे अपने को एक छोटी जी गलती हो गई है। आ देखो VLR आ ना, इत्थे VRL आ, तो जो असीं डायरैक्शन पलटी तो इत्थों माइनस आ जाऊगा, ठीक है। आ माइनस अगे बाहरले प्लस नाल जाके की कर दूगा रे माइनस कर दूगा, ठीक है। जो ये वाली माइनस करांगे असीं 1 दे विचों 0.9 माइनस करांगे तो 0.1 ही आ जाएगा। दोनों असीं कट कर देंगे तो साडे कोल C आ गई। एक ही आ गई VPR पल्स की वेलोसिटी विद रिस्पैक्ट टू रॉकेट, साडे कोल C आ गई, ठीक है। हुण असीं दूजे तरीके नाल किदां कढ सकते हैं, जो साडा अंडरस्टैंडिंग वाला मैथड कह सकते हैं असीं। हुण देखो सानू पता भी जिहड़ी C आ वो 0.9C नालों वध आ, ठीक है। असीं फाइंड करनी आ साडे कोल की आ स्टूडेंट्स, साडे कोल आ वाली स्पीड आ, इनू आप छोटी क्योंकि थोड़ी जी घट आ, ये आप छोटी दर्शावांगे, इदां दर्शाउने लो। ये 0.9C आ, ये कल्ली C आ, ठीक है। ये असी मैं वैक्टर वड्डा लिखिया है, C वड्डी है, आ 0.9C छोटी है, तां करके असी हो गया, ठीक है। हुण असी ने की फाइंड करना, सानू कहंदा है व्हाट इज़ दी वेलोसिटी ऑफ लाइट रैलेटिव टू दी रॉकेट। आह वाली वेलोसिटी लाइट की वेलोसिटी रैलेटिव टू दी रॉकेट फाइंड करनी आ, मतलब कि ये जी थोड़ी जी पिछे रह रही है, इन्ना पिछे रह रही आ, आह वाली वैल्यू असाने फाइंड करनी है, ठीक है। ये है अंडरस्टैंडिंग वाला मैथड। फिर हुण देखो तुहानूं साफ क्लीयर हो रहा, ठीक है। अगर तुसी आह वाली लेंथ नूं फाइंड करना चाहुंदे हो तो इन्नी पिछली वाली लेंथ है जो तुसी माइनस कर दोगे इहदे विचों, ठीक है। ये पिछली वाली लेंथ कितनी है तुहाडी 0.9C आ, ठीक है। असी रॉकेट की V लिख लेने इहनूं सिंपली V लिख लो चाहे, ठीक है। C माइनस 0.9C, ठीक है। इन्ना माइनस हो गई हैं दोनों वेलोसिटीज। हुण जो हेठां वाला फैक्टर आ 1 माइनस जो इत्थे उपर लगाउणी है, इत्थे लगानी है, दोनों की प्रोडक्ट करो C इंटू 0.9C डिवाइडेड बाई C का स्केयर, C नाल C गई, आ भी गई C गई, ठीक है। हुण देखो इत्थे 0.1C डिवाइडेड बाई 0.1C अपना कैंसिल हो गया, इत्थे C नहीं आएगा, ठीक है, कल्ली C आंसर आएगा। इदां असीं डायरैक्ट कट सकते हैं। आ फार्मूले लिखण की भी लोड़ नहीं हैगी, ठीक है। ये अंडरस्टैंडिंग वाला मैथड आ गया। हुण उस तो बाद बेसिक मैथड उही आ, ठीक है। बेसिक वाला यही आ वैसे भी लगा लो, ट्रिक लगा लो, एक ट्रिक बनाई हुई है, ठीक है। उस तो अगे वेखो, ये पाईऑन मूविंग विद स्पीड 0.6C पाईऑन आ साडे कोल, emits a muon in the same direction, speed of muon in the rest frame of reference of pion is 0.4C. Calculate the speed of muon in the left frame. जो साडा क्वेश्चन दे विच दस्सिया गया वो सारा सीन क्रिएट करते हैं असीं इत्थे एस फ्रेम ऑफ रेफरेंस आ, Z आ, Y आ ते X आ। फस्ट लाइन दे विच पाईऑन मूविंग विद स्पीड 0.6C, ठीक है। इत्थे कोई पाईऑन आ साडे कोल, P नाल डिनोट करते हैं, जो साडी स्पीड आ इहदे नाल वो कितनी आ 0.6C, ठीक है भाई।
ਹੁਣ ਉਸ ਤੋਂ ਬਾਅਦ ਅਮਿਟਸ ਅ ਮਿਊऑन ਇਨ ਦੀ ਸੇਮ ਡਾਇਰੈਕਸ਼ਨਸ, ਇੱਥੋਂ ਉਹਨੇ ਮਿਊऑन ਐਮਿਟ ਕੀਤਾ ਇਨ ਦੀ ਸੇਮ ਡਾਇਰੈਕਸ਼ਨ ਐਕਸ ਡਾਇਰੈਕਸ਼ਨ ਦੇ ਵਿੱਚ। ਸਪੀਡ ਆਫ ਮਿਊऑन ਇਨ ਦੀ ਰੈਸਟ ਫਰੇਮ ਆਫ ਰੈਫਰੈਂਸ, ਰੈਸਟ ਫਰੇਮ ਆਫ ਪਾਈਓਨ ਦੀ ਰੈਸਟ ਫਰੇਮ ਦੇ ਵਿੱਚ ਇੱਥੋਂ ਤੇ ਇੱਥੋਂ ਕੋਈ ਸਾਡੇ ਕੋਲ ਮੰਨ ਲਓ ਇੱਥੋਂ ਸਾਡੇ ਕੋਲ ਆਹ ਵਾਲਾ ਮਿਊऑन ਐਮਿਟ ਹੋ ਗਿਆ, ਆ ਮਿਊऑन ਆ ਠੀਕ ਹੈ। ਇਹਦੀ ਇੱਥੋਂ ਤੇ ਸਪੀਡ ਕਿੰਨੀ ਆ ਆਪਾਂ ਰੈਡਿਊਸ ਕਰਦੇ ਆ ਇੱਥੋਂ ਤੇ, ਮਤਲਬ ਪੀ ਦੇ ਰਿਸਪੈਕਟਿਵ ਇਹਦੇ ਰਿਸਪੈਕਟਿਵ ਸਪੀਡ ਕਿੰਨੀ ਆ 0.4 c ਠੀਕ ਹੈ। ਕੈਲਕੂਲੇਟ ਦੀ ਸਪੀਡ ਆਫ ਮਿਊऑन ਇਨ ਦੀ ਲੈਬ ਫਰੇਮ ਆਫ ਰੈਫਰੈਂਸ। ਅਸੀਂ ਆਹ ਵਾਲੇ ਮਿਊऑन ਦੀ ਲੈਬ ਫਰੇਮ ਆਫ ਰੈਫਰੈਂਸ ਦੇ ਵਿੱਚ ਆਪਾਂ ਨੇ ਸਪੀਡ ਫਾइंड ਕਰਨੀ ਆ। ਸਭ ਕੁਝ ਸਾਫ਼ ਕਲੀਅਰ ਹੋ ਰਿਹਾ ਠੀਕ ਹੈ। ਰਿਪੀਟ ਕਰਦਾ ਮੈਂ, ਜੋ ਪਾਈਓਨ ਆ ਉਹਦੀ ਸਪੀਡ 0.6 c ਆ ਵਿਦ ਰਿਸਪੈਕਟ ਟੂ ਲੈਬ ਫਰੇਮ ਆਫ ਰੈਫਰੈਂਸ। ਉਹਨੇ ਇੱਕ ਮਿਊऑन ਇਮਿਟ ਕਰਿਆ ਜਿਹਦੀ ਕਿ ਸਪੀਡ ਵਿਦ ਰਿਸਪੈਕਟ ਟੂ ਖੁਦ ਪਾਈਓਨ ਦੀ ਫਰੇਮ ਆਫ ਰੈਫਰੈਂਸ ਦੇ ਵਿੱਚ 0.4 c ਆ ਠੀਕ ਹੈ। ਮਿਊऑन ਰਾਈਟ ਬੰਦੀ ਨੂੰ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ। ਫਿਰ ਕੁਐਸਚਨ ਕੀ ਕਹਿੰਦਾ ਵੀ ਸਾਨੇ ਮਿਊऑन ਦੀ ਸਪੀਡ ਆਪਾਂ ਨੇ ਫਰੇਮ ਆਫ ਰੈਫਰੈਂਸ ਐਸ ਦੇ ਵਿੱਚ ਫਾइंड ਕਰੋ। ਦੇਖੋ ਸਟੂਡੈਂਟਸ ਸਾਫ਼ ਕਲੀਅਰ ਹੋ ਰਿਹਾ, ਅਗਰ ਅਸੀਂ ਦੋਨਾਂ ਸਪੀਡਸ ਨੂੰ ਪਲੱਸ ਕਰ ਦਿਆਂਗੇ ਤਾਂ ਸਾਡੇ ਕੋਲ ਮਿਊऑन ਦੀ ਸਪੀਡ ਵਿਦ ਰਿਸਪੈਕਟ ਟੂ ਐਸ ਆ ਜਾਏਗੀ। ਬਹੁਤ ਜ਼ਿਆਦਾ ਸਿੰਪਲ ਨੂਮੈਰੀਕਲ ਨੇ ਠੀਕ ਹੈ। ਉਹੀ ਇਦਾਂ ਹੀ ਹਊਆ ਜਿਹਾ ਤਾਂ ਵੈਸੇ ਲੱਗਦਾ ਜਦੋਂ ਤੁਸੀਂ ਆਹ ਫਾਰਮੂਲੇ ਦੇ ਅਕੋਰਡਿੰਗ ਚੱਲੋਗੇ ਹੈ ਨਾ, ਫਿਰ ਤਾਂ ਥੋੜ੍ਹਾ ਜਿਹਾ ਮੁਸ਼ਕਿਲ ਲੱਗਦਾ। ਜੇ ਅਗਰ ਤੁਸੀਂ ਇਦਾਂ ਡਾਇਰੈਕਟ ਐਡ ਕਰ ਦਿਓ ਤਾਂ ਬਿਲਕੁਲ ਸਾਦੇ ਨੇ ਨੂਮੈਰੀਕਲ ਠੀਕ ਹੈ। ਹੁਣ ਵੇਖੋ ਮਿਊऑन ਦੀ ਸਪੀਡ ਫਾइंड ਕਰਦੇ ਹਾਂ, VM ਇਜ਼ ਇਕੁਅਲ ਟੂ VML ਕਹਿ ਲਓ ਠੀਕ ਹੈ। ਮਿਊऑन ਦੀ ਸਪੀਡ ਵਿਦ ਰਿਸਪੈਕਟ ਟੂ ਲੈਬ ਫਰੇਮ ਆਫ ਰੈਫਰੈਂਸ, ਦੋਨਾਂ ਸਪੀਡਸ ਨੂੰ ਪਲੱਸ ਕਰ ਦਿਓ 0.6 c ਪਲੱਸ 0.4 c ਡਿਵਾਈਡਡ ਬਾਈ 1 ਪਲੱਸ ਉਹੀਓ ਵਾਲਾ ਫਾਰਮੂਲਾ ਜਿਹੜਾ ਤੁਹਾਨੂੰ ਦੱਸਿਆ ਫੈਕਟਰ ਹੇਠਾਂ ਲਗਾਉਣਾ ਹੀ ਆ ਇੰਟੂ 0.4 c ਦਾ ਸਕੇਅਰ ਬਾਈ c ਸਕੇਅਰ। c ਸਕੇਅਰ ਨਾਲ c ਸਕੇਅਰ ਕੈਂਸਲ ਹੋ ਗਿਆ ਠੀਕ ਹੈ। ਹੁਣ ਵੇਖੋ ਅੱਗੇ ਵੇਖਦੇ ਹਾਂ, ਅੱਗੇ ਵੇਖੋ ਇਹਨੂੰ 1 c ਬਣ ਗਿਆ। ਇੱਥੋਂ ਦੋਨਾਂ ਨੂੰ ਪਲੱਸ ਕਰਿਆ ਜਦੋਂ 1 ਪਲੱਸ 6 ਚੌਕਾ 24 24 ਬਾਈ c ਸਕੇਅਰ ਤਾਂ ਕੈਂਸਲ ਹੀ ਹੋ ਗਿਆ ਠੀਕ ਹੈ। ਇਹ ਆਪਣੇ ਕੋਲ 1 ਪਲੱਸ 0.24 ਹੈ ਠੀਕ ਹੈ। ਇਹ 1.24 ਆ ਜਾਏਗਾ, 1.24 ਆ ਗਿਆ ਠੀਕ ਹੈ। ਹੁਣ ਇਹਨੂੰ ਅਸੀਂ ਕੀ ਕਰਾਂਗੇ, ਆ ਪੁਆਇੰਟ ਨੂੰ ਉੱਪਰ ਲੈ ਜਾਵਾਂਗੇ, ਇੱਥੇ 100 ਬਣ ਗਿਆ 124 ਬਾਈ c ਠੀਕ ਹੈ। ਹੁਣ ਇਹਨੂੰ ਆਪਾਂ ਕੱਟਦੇ ਹਾਂ, 25 ਚੌਕਾ 100 4 ਤੀਏ 12 1 ਚੌਕਾ ਚੌਕਾ 25 ਆਏਗਾ 25 ਡਿਵਾਈਡਡ ਬਾਈ 31 c। ਇਹ ਆਪਣੇ ਕੋਲ VML ਆ ਗਈ। ਇਹ ਆਪਣਾ ਅੰਡਰਸਟੈਂਡਿੰਗ ਵਾਲਾ ਮੈਥਡ ਹੋ ਗਿਆ। ਹੁਣ ਦੂਸਰਾ ਮੈਥਡ ਵੇਖੋ ਹੈ ਨਾ। ਹੁਣ ਦੇਖੋ ਇਹੋ ਵਾਲਾ ਨੂਮੈਰੀਕਲ ਕਰਵਾਵਾਂਗੇ, ਨਹੀਂ ਅਗਲੇ ਤਾਂ ਆਪਾਂ ਮੈਂ ਇਹੋ ਵਾਲੇ ਮੈਥਡ ਨਾਲ ਕਰਾਵਾਂਗਾ। ਤੁਸੀਂ ਆਪਣੇ ਆਪ ਜਿਹੜਾ ਤੁਹਾਨੂੰ ਚੰਗਾ ਲੱਗੇਗਾ ਉੱਦਾਂ ਕਰ ਲਿਓ ਠੀਕ ਹੈ। ਹੁਣ ਦੇਖੋ ਸਾਨੂੰ ਦਿੱਤਾ ਹੋਇਆ ਵੈਲੋਸਿਟੀ ਆਫ ਪਾਈਓਨ ਵਿਦ ਰਿਸਪੈਕਟ ਟੂ L ਇਜ਼ ਇਕੁਅਲ ਟੂ 0.6 ਹੈ। ਵੈਲੋਸਿਟੀ ਆਫ ਮਿਊऑन ਵਿਦ ਰਿਸਪੈਕਟ ਟੂ P ਇਜ਼ ਇਕੁਅਲ ਟੂ 0.4 ਆ। ਵੈਲੋਸਿਟੀ ਆਫ ਮਿਊऑन ਵਿਦ ਰਿਸਪੈਕਟ ਟੂ L ਸਾਨੇ ਫਾइंड ਕਰਨੀ ਹੈ ਠੀਕ ਹੈ ਬਈ। ਹੁਣ ਦੇਖੋ ਅਸੀਂ ਫਾਰਮੂਲਾ ਲਿਖਾਂਗੇ, ਵੈਲੋਸਿਟੀ ਆਫ ਮਿਊऑन ਵਿਦ ਰਿਸਪੈਕਟ ਟੂ L ਇਜ਼ ਇਕੁਅਲ ਟੂ ਠੀਕ ਹੈ VM ਲਿਖਾਂਗੇ, ਤੀਜਾ ਕਿਹੜਾ ਨਹੀਂ ਹੈਗਾ ਇੱਥੇ L ਹੈਗਾ P ਠੀਕ ਹੈ, ਪਲੱਸ VP ਲਿਖਾਂਗੇ, ਤੀਜਾ ਕਿਹੜਾ ਨਹੀਂ ਹੈਗਾ L ਨਹੀਂ ਹੈਗਾ, ਡਿਵਾਈਡਡ ਬਾਈ 1 ਪਲੱਸ VMP VPL ਡਿਵਾਈਡਡ ਬਾਈ C ਦਾ ਸਕੇਅਰ ਠੀਕ ਹੈ। ਹੁਣ ਅਸੀਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦੇਣੀ ਆ। VMP ਕਿੰਨਾ ਸਾਡੇ ਕੋਲ, VMP 0.4 C ਪਲੱਸ VPL ਕਿੰਨਾ, VPL 0.6 C ਡਿਵਾਈਡਡ ਬਾਈ 1 ਪਲੱਸ VMP ਕਿੰਨਾ ਸਾਡੇ ਕੋਲ 0.4 C ਮਲਟੀਪਲਾਈ 0.6 C ਡਿਵਾਈਡਡ ਬਾਈ C ਦਾ ਸਕੇਅਰ। C ਸਕੇਅਰ ਨਾਲ C ਕੈਂਸਲ ਹੋ ਗਿਆ ਠੀਕ ਹੈ। ਸੇਮ ਪ੍ਰੋਸੈਸ ਲਗਾ ਕੇ ਉਹੀ ਜਦੋਂ ਐਡੀਸ਼ਨ ਕਰਾਂਗੇ ਇਸ ਠੀਕ ਹੈ, ਸੋਲਵ ਕਰਾਂਗੇ ਇਹਨੂੰ 25 C ਡਿਵਾਈਡਡ ਬਾਈ 31 ਆ ਜਾਏਗਾ VML। ਇੱਦਾਂ ਸਾਡੇ ਕੋਲ ਨੂਮੈਰੀਕਲ ਸੋਲਵ ਹੋ ਰਹੇ ਆ ਠੀਕ ਹੈ। ਇਹਦੇ ਵਿੱਚ ਇੱਕ ਕੁਐਸਚਨ ਤੁਹਾਨੂੰ ਆਉਣਾ ਹੀ ਆਉਣਾ ਪੱਕਾ। ਹੁਣ ਅਸੀਂ ਵੱਧਦੇ ਆਪਦੇ ਨੈਕਸਟ ਨੂਮੈਰੀਕਲਸ ਬੰਨੀ। ਹਾਂਜੀ ਸਟੂਡੈਂਟਸ, ਅਸੀਂ ਹੁਣ ਅੱਗੇ ਵੱਧਦੇ ਆਪਣੇ ਹੋਰ ਨੂਮੈਰੀਕਲਸ ਬੰਨੀ। ਐਨ ਇਲੈਕਟ੍ਰੋਨ ਇਜ਼ ਮੂਵਿੰਗ ਵਿਦ ਦੀ ਵੈਲੋਸਿਟੀ ਆਫ 0.85 c ਇਨ ਦੀ ਸੇਮ ਡਾਇਰੈਕਸ਼ਨ ਐਜ਼ ਦੈਟ ਆਫ ਮੂਵਿੰਗ ਫੋਟੋਨ। ਫੋਟੋਨ ਵੀ ਉਹੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਤੇ ਇਲੈਕਟ੍ਰੋਨ ਵੀ ਉਹੀ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਠੀਕ ਹੈ। ਦੀ ਰਿਲੇਟਿਵ ਵੈਲੋਸਿਟੀ ਆਫ ਦੀ ਇਲੈਕਟ੍ਰੋਨ ਵਿਦ ਰਿਸਪੈਕਟ ਟੂ ਦੀ ਫੋਟੋਨ ਇਜ਼, ਆਪਣੇ ਕੋਲ ਫਰੇਮ ਆਫ ਰੈਫਰੈਂਸ ਹੈ ਐਸ ਠੀਕ ਹੈ। ਉਸ ਤੋਂ ਬਾਅਦ ਇੱਥੇ ਕੋਈ ਇਲੈਕਟ੍ਰੋਨ ਪਿਆ ਤਾਂ ਇਹਦੀ ਵੈਲੋਸਿਟੀ ਇੱਦਾਂ ਲਗਾ ਲਓ ਇਜ਼ 0.85 c। ਇਲੈਕਟ੍ਰੋਨ ਇਜ਼ ਮੂਵਿੰਗ ਵਿਦ ਦੀ ਵੈਲੋਸਿਟੀ ਆਫ 0.85 c ਇਨ ਦੀ ਸੇਮ ਡਾਇਰੈਕਸ਼ਨ ਐਜ਼ ਦੈਟ ਆਫ ਦੀ ਮੂਵਿੰਗ ਫੋਟੋਨ। ਫੋਟੋਨ ਦੀ ਸੇਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਿਹਾ ਠੀਕ ਹੈ। ਇੱਥੋਂ ਹੀ ਇੱਕ ਫੋਟੋਨ ਹੋਏਗਾ, ਫੋਟੋਨ ਦੀ ਵੈਲੋਸਿਟੀ c ਆ। ਇਹਦਾ ਵੱਡਾ ਐਰੋ ਕਿਉਂ ਲਗਾਇਆ, ਕਿਉਂਕਿ c ਵੱਡਾ ਐਜ਼ ਕੰਪੇਅਰ ਟੂ 0.85 c ਠੀਕ ਹੈ। ਇਹ ਧਿਆਨ 'ਚ ਰੱਖਣਾ। ਦੀ ਵੈਲੋਸਿਟੀ ਆਫ ਇਲੈਕਟ੍ਰੋਨ ਵਿਦ ਰਿਸਪੈਕਟ ਟੂ ਦੀ ਫੋਟੋਨ ਠੀਕ ਹੈ।
ਇਲੈਕਟ੍ਰੋਨ ਦੀ ਵੈਲੋਸਿਟੀ ਇੱਥੇ ਫੋਟੋਨ ਮੂਵ ਕਰ ਰਿਹਾ, ਇੱਥੇ ਫੋਟੋਨ ਗਿਆ, ਇਲੈਕਟ੍ਰੋਨ ਦੀ ਵੈਲੋਸਿਟੀ ਵਿਦ ਰਿਸਪੈਕਟ ਟੂ ਫੋਟੋਨ ਫਾਈਂਡ ਕਰਨੀ ਆ ਅਸਾਂ ਨੇ। ਅਸਲ 'ਚ ਜੇ ਇਹ ਧਿਆਨ ਨਾਲ ਵੇਖਿਆ ਜਾਵੇ ਇਹ ਨੂਮੈਰੀਕਲ ਨੂੰ ਸੋਲਵ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ, ਤੁਹਾਡੇ ਕੋਲ ਡਾਇਰੈਕਟ ਆਨਸਰ ਤੁਸੀਂ ਲਿਖ ਸਕਦੇ ਹੋ, ਠੀਕ ਹੈ। ਕਿਉਂਕਿ ਸਪੈਸ਼ਲ ਥਿਊਰੀ ਆਫ ਰਿਲੇਟਿਵਿਟੀ ਦੇ ਵਿੱਚ ਨਾ ਤਾਂ ਸਾਡੇ ਕੋਲ ਸੀ ਤੋਂ ਸਪੀਡ ਵੱਧ ਸਕਦੀ ਹੈ, ਠੀਕ ਹੈ, ਜਿੰਨੀ ਮਰਜ਼ੀ ਐਡੀਸ਼ਨ ਆਫ ਸੀ ਹੋਈ ਜਾਵੇ ਸੀ ਤੋਂ ਜ਼ਿਆਦਾ ਸਪੀਡ ਨਹੀਂ ਵੱਧ ਸਕਦੀ, ਠੀਕ ਹੈ। ਹੁਣ ਵੇਖੋ ਅਸੀਂ ਇੱਥੇ ਵੇਖਦੇ ਹਾਂ, ਅਗਰ ਤੁਹਾਨੂੰ ਕਿਹਾ ਜਾਵੇ ਆਪਣੀ ਫੋਟੋਨ ਦੀ ਸਪੀਡ ਵਿਦ ਰਿਸਪੈਕਟ ਟੂ ਇਲੈਕਟ੍ਰੋਨ, ਫਿਰ ਕੀ ਕਹੋਗੇ ਤੁਸੀਂ? ਸੀ ਕਹੋਗੇ, ਹੈ ਨਾ। ਫੋਟੋਨ ਦੀ ਸਪੀਡ ਕਿਸੇ ਵੀ ਬੋਡੀ ਦੇ ਰਿਸਪੈਕਟਿਵ ਲੈ ਲਓ ਤਾਂ ਸਾਡੀ ਉਹ ਕੀ ਆਏਗੀ? ਸੀ ਆਏਗੀ, ਠੀਕ ਹੈ। ਅਗਰ ਉਹ ਬੋਡੀ ਦੀ ਫੋਟੋਨ ਦੇ ਰਿਸਪੈਕਟਿਵ ਕੀ ਸਪੀਡ ਲਵਾਂਗੇ ਤਾਂ ਉਹ -c ਆਏਗੀ, ਠੀਕ ਹੈ। ਇੱਥੋਂ ਸਾਡਾ ਸਿੱਧਾ ਡਾਇਰੈਕਟ ਆਂਸਰ ਸੀ ਆ ਜਾਣਾ। ਸੋਲਵ ਵੀ ਕਰਾਂਗੇ ਅਸੀਂ, ਅਗਰ ਤੁਸੀਂ ਸੋਲਵ ਨਹੀਂ ਕਰਨਾ ਚਾਹੁੰਦੇ, ਠੀਕ ਹੈ, ਕਨਸੈਪਚੁਅਲ ਨੌਲੇਜ ਯੂਜ਼ ਕਰੋਗੇ, ਠੀਕ ਹੈ, ਤਾਂ ਤੁਹਾਡੇ ਆਪਣੇ ਇੱਦਾਂ ਤੁਸੀਂ ਡਾਇਰੈਕਟ ਸੋਲਵ ਕਰ ਸਕਦੇ ਹੋ। ਆਹ ਵਾਲਾ ਆਪਣੇ ਕੋਲ ਬੋਡੀ ਹੈ, ਠੀਕ ਹੈ, ਕਿਸੇ ਵੈਲੋਸਿਟੀ ਨਾਲ ਮੂਵ ਕਰ ਰਹੀ ਹੈ, ਫੋਟੋਨ ਇੱਥੇ ਆ, ਫੋਟੋਨ ਇਹਦੇ ਰਿਸਪੈਕਟਿਵ ਕਿੰਨੀ ਵੈਲੋਸਿਟੀ ਨਾਲ ਮੂਵ ਕਰੇਗਾ? ਸੀ ਵੈਲੋਸਿਟੀ ਨਾਲ ਮੂਵ ਕਰੇਗਾ ਹਮੇਸ਼ਾ, ਜਦੋਂ ਮਰਜ਼ੀ ਚੈੱਕ ਕਰ ਲਓ, ਕਿਉਂਕਿ ਫੋਟੋਨ ਦੀ ਸਪੀਡ, ਲਾਈਟ ਦੀ ਸਪੀਡ ਸੀ ਰਹਿੰਦੀ ਆ ਹਮੇਸ਼ਾ, ਠੀਕ ਹੈ। ਤੇ ਅਗਰ ਤੁਸੀਂ ਇਹਦੀ ਸਪੀਡ ਵਿਦ ਰਿਸਪੈਕਟ ਟੂ ਆਪਾਂ ਫੋਟੋਨ ਸਿਲੈਕਟ ਚੈੱਕ ਕਰਾਂਗੇ ਤਾਂ ਇਹ ਨੈਗੇਟਿਵ ਸੀ ਆਏਗੀ, ਠੀਕ ਹੈ। ਅਗਰ ਫੋਟੋਨ ਦੀ ਚੈੱਕ ਕਰਦੇ ਹੋ ਤਾਂ ਸੀ ਆਏਗੀ, ਅਗਰ ਬੋਡੀ ਦੀ ਚੈੱਕ ਕਰੋਗੇ ਤਾਂ ਨੈਗੇਟਿਵ ਸੀ ਆਏਗੀ, ਠੀਕ ਹੈ। ਇੱਥੋਂ ਅਸੀਂ ਡਾਇਰੈਕਟ ਕੱਢ ਲਾਂਗੇ, ਨੈਗੇਟਿਵ ਸੀ ਆ ਗਿਆ। ਹੁਣ ਅਸੀਂ ਇਹਨੂੰ ਸੋਲਵ ਕਰਨਾ ਚਾਹੁੰਦੇ ਹਾਂ। ਸਾਡੇ ਇਲੈਕਟ੍ਰੋਨ ਦੀ ਸਪੀਡ ਫੋਟੋਨ ਦੇ ਰਿਸਪੈਕਟਿਵ ਫਾਈਂਡ ਕਰਨਾ ਚਾਹੁੰਦੇ ਹਾਂ ਅਸੀਂ। ਸੋਲਿਊਸ਼ਨ, velocity of electron with respect to lab frame of reference is equal to 0.85 c. Velocity of photon with respect to lab frame of reference is equal to c. ठीक है, ਅਸੀਂ ਕੀ फाइंड करना? velocity of electron with respect to p, ठीक है, it is equal to velocity of electron with respect to l plus velocity of ਇੱਥੇ ਕਿਹੜਾ L ਆ ਵਿਦ ਰਿਸਪੈਕਟ ਟੂ ਫੋਟੋਨ ਡਿਵਾਈਡਡ ਬਾਈ 1 ਪਲਸ VL P ਡਿਵਾਈਡਡ ਬਾਈ C ਦਾ ਸਕੁਅਰ, ਠੀਕ ਹੈ। ਹੁਣ ਅਸੀਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦਿੰਦੇ ਹਾਂ, ਆਹ ਲਓ ਜੀ ਵੈਲਿਊਜ਼ ਪੁੱਟ ਕਰਦੇ ਹਾਂ। VEL ਕਿੰਨੀ ਹੈ ਸਾਡੀ? VEL ਇਜ਼ 0.85 C ਮਾਈਨਸ VLP ਤੁਹਾਨੂੰ ਮੈंने ਪਹਿਲਾਂ ਵੀ ਦੱਸਿਆ ਸੀ, ਅਗਰ ਦੋਨਾਂ ਨੂੰ ਅਸੀਂ ਰਿਵਰਸ ਕਰਦੇ हैं तो अगे माइनस आ जाती होंगी। साढ़े को इतने की है, इतने PL सानू की चाहिए, LP चाहिए, इतने असी माइनस लगावे -C आ जाएगा, ठीक है, डिवाइडेड बाई हुण दोनों इतने पुट कर दो प्लस 0.85 C -C डिवाइडेड बाई C का स्क्वायर, ठीक है बई। हुण देखो आह वाली माइनस तो प्लस में जो हल करांगे असीं इत्थे माइनस आ जानी, आह वाली माइनस जिहड़ी इत्थे बाहर आ जानी है, ठीक है भी। आ सी स्केयर नाल जिहड़े अंदर वाले सी है दोनों कैंसल हो जाते हैं, ठीक है। अगे इनू सॉल्व करते हैं। 0.15 C डिवाइडेड बाय 1 दे विचों 0.85 माइनस करिया अपने कोल ये माइनस का आएगा, तो माइनस वड्डी है ना, अपना वड्डा इत्थे 1 वड्डा एज कंपेयर टू 0.85, ठीक है। इत्थे 0.15 C इन्हां दोनों कैंसल आउट करते हैं, C नहीं आएगा इत्थे, C असीं पहलां ही कैंसल आउट कर दिते, इत्थे C आ, ठीक है। आह वाला कैंसल आउट आ गया, तो माइनस का C का आंसर आ गया। असी डायरैक्ट भी कर सकते हैं कंसैप्चुअल नॉलेज यूज़ करके, ठीक है। हुण अगे वेखदे हैं। एन ऑब्जेक्ट ट्रैवल्स अलॉन्ग दी, अच्छा हुण विच बच्चे सोचणगे भी आपां ने वो जो कंसैप्चुअल मैथड आ उहदे नाल नहीं कढ़िया हैगा, ठीक है, उत्थों भी असीं डायरैक्ट कढ़ सकते हैं। आ देखो V इलैक्ट्रॉन दी P दे रिस्पैक्टिव, V इलैक्ट्रॉन दी P रिस्पैक्टिव इज इक्वल टू, असी P नूं कॉन्सटेंट मनना तो असी ये मनना भी आह वाला अपना लैफ्ट बन्नी नूं मूव कर रहा, ठीक है, लैफ्ट बन्नी नूं मूव कर रहा। असी की करांगे 0.85 C माइनस C डिवाइडेड बाय 1 माइनस 0.85 C इंटू C डिवाइडेड बाय C का स्केयर, इनू सॉल्व कर लाँगे, अपने को माइनस का C आंसर आ जाएगा, ठीक है। इत्थों थोड़ा जिहा समझना मुश्किल आ, क्योंकि असी मान लो असी इदा करते P वाली वेलोसिटी के विचों C के विचों माइनस कर दिए, C माइनस 0.85 C बाय 1 माइनस C इंटू 0.85 C बाय C स्केयर।
सी ਦੇ ਵਿੱਚੋਂ ਆਹ ਵਾਲੀ ਮਾਈਨਸ ਕਰੀਏ ਫਿਰ ਕੀ ਆਉਂਦੀ ਆ ਸਾਡੇ ਕੋਲ ਆਹ ਵਾਲੀ ਵੈਲੋਸਿਟੀ ਆਉਂਦੀ ਆ ਫੋਟੋਨ ਦੀ ਵੈਲੋਸਿਟੀ ਵਿਦ ਰਿਸਪੈਕਟ ਟੂ ਦੀ ਇਲੈਕਟ੍ਰੋਨ ਆਉਂਦੀ ਆ ਬਟ ਅਸੀਂ ਕੀ ਕੱਢਣੀ ਆ ਜਾਂ ਅਸੀਂ ਇਦਾਂ ਵੀ ਕੱਢ ਸਕਦੇ ਹਾਂ ਫੋਟੋਨ ਦੀ ਵੈਲੋਸਿਟੀ ਵਿਦ ਰਿਸਪੈਕਟ ਟੂ ਇਲੈਕਟ੍ਰੋਨ ਕੱਢ ਲਈ ਬਟ ਅਸੀਂ ਰਿਵਰਸ ਕਰਨਾ ਉਹਦੇ ਅੱਗੇ ਮਾਈਨਸ ਲੱਗ ਜੂਗੀ ਠੀਕ ਹੈ ਅਸੀਂ ਇਦਾਂ ਵੀ ਕਰ ਸਕਦੇ ਹਾਂ ਫੋਟੋਨ ਦੀ ਵੈਲੋਸਿਟੀ ਵਿਦ ਰਿਸਪੈਕਟ ਟੂ ਇਲੈਕਟ੍ਰੋਨ ਕੱਢ ਲਾਂਗੇ ਠੀਕ ਹੈ ਅਸੀਂ ਕੀ ਕੱਢਣੀ ਹੈ ਇਲੈਕਟ੍ਰੋਨ ਦੀ ਵੈਲੋਸਿਟੀ ਤੇ ਵੈਲੋਸਿਟੀ ਆਫ ਇਲੈਕਟ੍ਰੋਨ ਵਿਦ ਰਿਸਪੈਕਟ ਟੂ ਦੀ ਫੋਟੋਨ ਅਸੀਂ ਉਹਨੂੰ ਰਿਵਰਸ ਕਰ ਦਾਂਗੇ ਤਾਂ ਅੱਗੇ ਉਹਦੇ ਮਾਈਨਸ ਆ ਜਾਣੀ ਹੈ ਠੀਕ ਹੈ ਇਦਾਂ ਵੀ ਸੋਲਵ ਕਰ ਸਕਦੇ ਹਾਂ ਅਗਲਾ ਦੇਖਦੇ ਹਾਂ ਐਨ ਆਬਜੈਕਟ ਟਰੈਵਲਸ ਅਲੋਂਗ ਦੀ ਐਕਸ ਡਾਇਰੈਕਸ਼ਨ ਦੇ ਵਿੱਚ ਟਰੈਵਲ ਕਰ ਰਿਹਾ ਵਿਦ ਵੈਲੋਸਿਟੀ c/2 ਇਨ ਦੀ ਫਰੇਮ O ਆ ਸਾਡੇ ਕੋਲ ਫਰੇਮ O ਆ ਐਕਸ ਡਾਇਰੈਕਸ਼ਨ ਠੀਕ ਹੈ ਆਹ ਵਾਲਾ ਕੋਈ ਆਬਜੈਕਟ ਆ ਆਪਣੇ ਕੋਲ c/2 ਵੈਲੋਸਿਟੀ ਨਾਲ ਟਰੈਵਲ ਕਰ ਰਿਹਾ ਆ ਲਓ ਜੀ ਇਹਦੀ c/2 ਵੈਲੋਸਿਟੀ ਹੈ c/2 in the frame O an observer in the frame O dash sees the same object traveling with the velocity c/4 ਇੱਥੇ ਆਪਣੇ ਕੋਲ ਕੋਈ ਹੋਰ ਫਰੇਮ ਆਫ ਰੈਫਰੈਂਸ ਹੈ O dash ਇੱਥੇ ਇੱਕ observer ਬੈਠਾ ਤੇ ਉਹ ਵੇਖਦਾ ਵੀ ਇਹੋ ਵਾਲਾ ਆਬਜੈਕਟ ਆ ਨਾ ਜੋ ਉਹ c/4 ਵੈਲੋਸਿਟੀ ਨਾਲ ਟਰੈਵਲ ਕਰ ਰਿਹਾ ਹੈ ਠੀਕ ਹੈ ਹੁਣ ਦੀ ਰਿਲੇਟਿਵ ਵੈਲੋਸਿਟੀ ਆਫ O dash with respect to O in the units of C O ਡੈਸ਼ ਦੀ ਵੈਲੋਸਿਟੀ O ਦੇ ਰਿਸਪੈਕਟਿਵ ਅਸੀਂ ਫਾਈਂਡ ਕਰਨੀ ਹੈ ਠੀਕ ਹੈ ਹੁਣ ਇੱਥੋਂ ਦੇਖੋ ਕਲੀਅਰ ਹੋ ਰਿਹਾ ਅਗਰ ਅਸੀਂ ਸਾਰੀ ਦੀ ਸਾਰੀ ਵੈਲੋਸਿਟੀ ਦੇ ਵਿੱਚੋਂ ਆਹ ਵਾਲੀ ਨੂੰ ਮਾਈਨਸ ਕਰ ਦਾਂਗੇ ਸਾਡੇ ਕੋਲ ਇੰਨੀ ਬਚ ਜਾਣੀ ਆ ਠੀਕ ਹੈ ਅਸੀਂ ਡਾਇਰੈਕਟ ਸੋਲੂਸ਼ਨ ਕਰਦੇ ਹਾਂ ਵੀ O ਡੈਸ਼ ਦੀ O ਦੇ ਰਿਸਪੈਕਟਿਵ ਠੀਕ ਹੈ ਸਾਰੀ ਦੇ ਵਿੱਚੋਂ ਇੰਨੀ ਮਾਈਨਸ ਕਰ ਦਿਓ ਸਾਡੇ ਕੋਲ ਇੰਨੀ ਬਚ ਜਾਣੀ ਸਾਨੇ ਕੀ ਫਾਈਂਡ ਕਰਨੀ ਆ O ਡੈਸ਼ ਦੀ ਵਿਦ ਰਿਸਪੈਕਟ ਟੂ O ਅਸੀਂ ਨੇ ਇੰਨੀ ਹੀ ਫਾਈਂਡ ਕਰਨੀ ਆ c/2 माइनस c/4 डिवाइडेड बाय अगे प्रोसीड करते हैं 1 माइनस c/2 c/4 बाय c का स्केयर ठीक है आ c स्केयर नाल c कैंसल हो गया अपना हुण अगे वेखते हैं इथों एलसीएम लो 2c माइनस c/4 बाय इथों 8 बन गया 8 माइनस 1 बाय 8 ठीक है ये 2 नाल 2 कैंसिल हो गया 2 नाल 8 कैंसिल हो गया इट इज़ इक्वल टू c/1 डिवाइडेड बाय 7/2 इट इज़ इक्वल टू 2c/7 ठीक है इन्ना अपना आंसर आ गया हुण असीं अपने वो फार्मूले का अकॉर्डिंग वेखते हैं है ना एन ऑब्जेक्ट ट्रैवल्स अलोंग दी एक्स डायरैक्शन विद दी वेलोसिटी c/2 इन दी फ्रेम O डैश ठीक है ऑब्जेक्ट का नाम आप ए ले लें AO इज इक्वल टू c/2 आ गया एंड एन ऑब्जर्वर इन अ फ्रेम O डैश सीज दी सेम ऑब्जेक्ट इज ट्रैवलिंग विद दी वेलोसिटी ऑफ c/4 ठीक है उही ऑब्जर्वर A की स्पीड O डैश के रिस्पैक्टिव c/4 दी रिलेटिव वेलोसिटी ऑफ O डैश विद रिस्पैक्ट टू O असी फाइंड करनी है O डैश O रिस्पैक्टिव ये फाइंड करनी है ਇਹਦਾ ਫਾਰਮੂਲਾ ਕੀ ਹੋਊਗਾ ਵੀ O ਡੈਸ਼ ਦੀ ਇਹਦੇ ਕੋਲ ਲੌਂਗ O ਡੈਸ਼ ਦੀ ਆਪਣੀ A ਤੀਜਾ ਨਹੀਂ ਹੈਗਾ ਜਿਹੜਾ A ਆ ਫਿਰ ਹੈ ਨਾ ਪਲੱਸ ਆਪਣਾ VAO ਡਿਵਾਈਡਡ ਬਾਏ 1 ਪਲੱਸ VO ਡੈਸ਼ A VAO ਡਿਵਾਈਡਡ ਬਾਏ C ਦਾ ਸਕੇਅਰ ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦਿੰਦੇ ਹਾਂ ਅਸੀਂ VO ਡੈਸ਼ A ਇਹਦਾ ਰਿਵਰਸ ਆ ਨਾ A ਪਹਿਲਾਂ ਤੇ O ਡੈਸ਼ ਬਾਅਦ ਦੇ ਵਿੱਚ ਆ ਬਟ ਇੱਥੇ ਕੀ ਆ O ਡੈਸ਼ ਪਹਿਲਾਂ A ਬਾਅਦ ਦੇ ਵਿੱਚ ਆ ਇਹਨੂੰ ਰਿਵਰਸ ਕਰਾਂਗੇ ਤਾਂ ਅੱਗੇ ਮਾਈਨਸ ਆ ਜਾਣੀ ਆ ਮਾਈਨਸ ਦਾ c/4 ਪਲੱਸ VAO c/2 ਡਿਵਾਈਡਡ ਬਾਏ 1 ਆਹ ਵਾਲੇ ਉੱਦਾਂ ਹੀ ਪੁੱਟ ਕਰ ਦਿੰਦੇ ਆ ਮਾਈਨਸ ਦਾ c/4 c/2 ਬਾਏ C ਦਾ ਸਕੇਅਰ ਠੀਕ ਹੈ ਆਹ C ਸਕੇਅਰ ਨਾਲ C ਕੈਂਸਲ ਹੋ ਗਿਆ ਆਹ ਵਾਲਾ C ਆ ਵੀ ਵਾਲਾ C ਠੀਕ ਹੈ ਉਸ ਤੋਂ ਬਾਅਦ ਅੱਗੇ ਸੋਲਵ ਕਰਦੇ ਹਾਂ ਅਸੀਂ ਇਹਨੂੰ ਇੱਥੋਂ ਸੋਲਵ ਕਰਦੇ ਹਾਂ ठीक है ਇਹਦਾ एलसीएम ਲੈਂਦੇ ਹਾਂ ਅਸੀਂ 4 ਆ ਗਿਆ ਮਾਈਨਸ ਦਾ c+2 डिवाइडेड बाय 8 डिवाइडेड बाय इतों 8 आएगा 8 माइनस 1 बाय 8 4 एलसीएम लिया सी अपन इतने 4 आएगा ठीक है इतों 4 नाल 2 कैंसिल हो गया इट इज़ इक्वल टू आ 2 ऊपर जाएगा इतने भी C आ 1C आ गया 2C डिवाइडेड बाय 8 ਦੇ ਵਿੱਚੋਂ 1 गया 7 आ गया ठीक है आंसर सेम होना ही आएगा बस तरीका चेंज हो जाएगा ठीक है क्लास किदां दी लगी तुसां ने फीडबैक है जो अपना कमेंट सैक्शन दे विच जरूर देना ठीक है धन्यवाद।